मेरा लेट शो तो हमेशा मकसद होंगे मैं इंटलैक्चुअल गैसट लैके आवां कुछ ना कुछ इदां दी गल्लां होवे जिथे तुसी अपनी कंफर्ट ऑफ योर होम बैठ के अपने फ्रंट रूम च तुसी मेरा प्रोग्राम देख सकते हो। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਸਵਾਦ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਇਨ ਦਾ ਲੇਟ ਸ਼ੋ। ਮੇਰਾ ਲੇਟ ਸ਼ੋ ਤੇ ਹਮੇਸ਼ਾ ਮਕਸਦ ਹੁੰਦਾ ਮੈਂ ਇੰਟਲੈਕਚੁਅਲ ਗੈਸਟ ਲੈ ਕੇ ਆਵਾਂ ਕੁਛ ਨਾ ਕੁਛ ਇਦਾਂ ਦੀ ਗੱਲਾਂ ਹੋਵੇ ਜਿੱਥੇ ਤੁਸੀਂ ਆਪਣੀ ਕੰਫਰਟ ਆਫ ਯੋਰ ਹੋਮ ਬੈਠ ਕੇ ਆਪਣੇ ਫਰੰਟ ਰੂਮ 'ਚ ਤੁਸੀਂ ਮੇਰਾ ਪ੍ਰੋਗਰਾਮ ਦੇਖ ਸਕਦੇ ਹੋ। ਤੇ ਪਲੀਜ਼ ਅਸੀਂ ਥੋੜੀ ਦੇਰ ਬਾਅਦ ਪਹਿਲਾਂ ਗੱਲਾਂ ਕਰਾਂਗੇ, ਮੇ ਬੀ ਆਫਟਰ ਹਾਫ ਆਈ ਵਿਲ ਓਪਨ ਦਾ ਲਾਈਨਸ। ਅਗਰ ਤੁਸੀਂ ਮੇਰੇ ਗੈਸਟ ਨਾਲ ਗੱਲ ਕਰਨੀ ਹੈ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦਾ ਸਵਾਲ ਹੋਏਗਾ। ਮੇਰੇ ਸ਼ੋਅ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਇੱਕ ਬੜਾ ਅਫਸੋਸ ਜ਼ਾਹਰ ਕਰਨਾ ਚਾਹੁੰਦਾ ਆਪਣੇ ਪ੍ਰਿੰਸ ਫਿਲਿਪ ਦਾ। ਯੂ ਨੋ ਦੋ ਹੀ ਵਾਜ਼ 99 ਪਰ ਦੁਨੀਆ 'ਚ ਕੋਈ ਨਹੀਂ ਚਾਹੁੰਦਾ ਕਿ ਮੈਂ ਜਾਣਾ ਚਾਹੁੰਦਾ, ਕੋਈ ਵਨ ਇਜ਼ ਨੈਵਰ ਰੈਡੀ। ਬੜਾ ਅਫਸੋਸ ਹੋਇਆ, ਬੜੀ ਰਾਇਲ ਫੈਮਿਲੀ ਨੂੰ ਜਿਹੜੇ ਕਨੈਕਟਡ ਹੈਗੇ ਨੇ ਸਾਰੀ ਦੁਨੀਆ ਦੇ ਵਿੱਚ ਉਹਦਾ ਅਫਸੋਸ ਮਨਾਇਆ ਗਿਆ। ਐਂਡ ਮੋਸਟ ਲੀਡਰਸ ਇਨ ਦਾ ਵਰਲਡ ਆਰ ਸੈਂਡਿੰਗ ਕੰਡੋਲੈਂਸਿਸ ਆਪਣੀ ਰਾਣੀ ਨੂੰ ਕਿ ਹੋਇਆ ਬੜਾ ਉਹਨਾਂ ਦੇ ਨਾਲ ਸਾਥ ਦਿੰਦੇ ਨੇ। ਅਸੀਂ ਅਕਾਲ ਚੈਨਲ ਹਮੇਸ਼ਾ ਕਵਰ ਕਰਦੇ ਇੱਦਾਂ ਦੀ ਜਿਹੜੀ ਨਿਊਜ਼ ਹੋਵੇ, ਲੇਕਿਨ ਤੁਹਾਨੂੰ ਪਤਾ ਓਵਰ ਦਾ ਵੀਕਐਂਡ ਫਰਾਈਡੇ ਸਾਡੇ ਸੰਡੇ ਸਾਡੇ ਸ਼੍ਰੀ ਅਖੰਡ ਪਾਠ ਸੀਗਾ, ਉਸ ਕਰਕੇ ਅਸੀਂ ਕਿਸੇ ਤਰ੍ਹਾਂ ਦੀ ਇੰਟਰਪਸ਼ਨ ਨਹੀਂ ਕਰ ਪਾਏ। ਉਹ ਬ੍ਰੇਕਿੰਗ ਨਿਊਜ਼ ਤੁਹਾਡੇ ਪਾਸ ਨਹੀਂ ਲੈ ਕੇ ਆਏ। ਲੇਕਿਨ ਅੱਜ ਅਕਾਲ ਚੈਨਲ ਦੀ ਟੀਮ ਵੱਲੋਂ ਸਾਡੇ MD ਅਮੀਰ ਸਿੰਘ ਕੁੰਨਰ ਵੱਲੋਂ ਅਸੀਂ ਸਾਰੇ ਦੁਨੀਆ ਨੂੰ ਆਪਣੀ ਕੁਈਨ ਵੱਲ ਸਾਰਿਆਂ ਨੂੰ ਆਪਣਾ ਜ਼ਾਹਿਰ ਕਰਦੇ ਹਾਂ ਆਪਣਾ ਦੁੱਖ। ਐਂਡ ਰੱਬ ਹਮੇਸ਼ਾ ਉਹਨਾਂ ਨੂੰ ਰਾਣੀ ਨੂੰ ਤੰਦਰੁਸਤੀ ਦੇਵੇ ਕਿ ਉਹ ਆਪਣਾ ਜੋ ਦੁੱਖ ਹੈਗਾ ਸਪੋਰਟ ਕਰ ਸਕੇ। ਚਲੋ ਮੈਂ ਹੁਣ ਅੱਗੇ ਆਪਣੀ ਸ਼ੋਅ ਲੈ ਕੇ ਜਾਣਾ। ਅੱਜ ਦਾ ਜਿਹੜਾ ਮੇਰਾ ਇੰਟਲੈਕਚੁਅਲ ਗੈਸਟ ਡਾਕਟਰ ਕਪੂਰ, ਵੈਰੀ ਪ੍ਰੋਫੈਸ਼ਨਲ, ਬੜੇ ਐਕਸਪਰਟ ਡੈਂਟਲ ਦੇ ਵਿੱਚ। ਯੂ ਨੋ ਅਸੀਂ ਡੈਂਟਲ ਦੀ ਹਮੇਸ਼ਾ ਗੱਲਾਂ ਕਰਦੇ ਹਾਂ, ਅਸੀਂ ਥੋੜ੍ਹਾ ਡਿਫਰੈਂਟ ਗੱਲ ਕਰਨੀ ਹੈ। ਇਨਪਲਾਂਟ ਬਾਰੇ ਗੱਲ ਕਰਾਂਗੇ ਕਿ ਡੈਂਟਲ ਇਨਪਲਾਂਟ ਕਿੱਦਾਂ ਹੁੰਦਾ, ਕਿਉਂ ਹੁੰਦਾ, ਉਹਦੇ ਫਾਇਦੇ ਕੀ, ਉਹਦੇ ਨੁਕਸਾਨ ਕੀ ਹੈ। ਚਲੋ ਮੈਂ ਡਾਕਟਰ ਜੀ ਨੂੰ ਇਨਵਾਈਟ ਕਰਕੇ ਇਸ ਪਹਿਲਾਂ ਗੱਲਬਾਤ ਸ਼ੁਰੂ ਕਰ ਦਿਆਂ। ਡਾਕਟਰ ਜੀ ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ ਅਗੇਨ ਫॉर ਹੈਵਿੰਗ ਮੀ। ਜਾਲੀ ਪਛਾਣੀ ਸ਼ਕਲ ਹਮੇਸ਼ਾ ਆਉਂਦੇ ਰਹਿੰਦੇ ਨੇ ਤੇ ਯੂ ਨੋ ਇੱਦਾਂ ਦੇ ਲੋਕਾਂ ਨੂੰ ਲੈ ਕੇ ਆਉਣਾ ਬੜਾ ਮੁਸ਼ਕਿਲ ਹੈ। ਓਨੈਸਟਲੀ ਯੂ ਹੈਵ ਟੂ ਰੀਅਲੀ ਗੋ ਵੀਕਸ ਐਂਡ ਵੀਕਸ ਆਫਟਰ ਦੈਮ। ਪਰ ਬੜੀ ਪਿਆਰ ਮੁਹੱਬਤ ਹੈ ਤਾਂ ਕਦੀ ਨਾ ਨਹੀਂ ਕਰਦੇ, ਸੋ ਦੇ ਆਲਵੇਜ਼ ਹੈ। ਤੇ ਅਸੀਂ ਵੀ ਭਾਜੀ ਪਬਲਿਕ ਨੂੰ ਜਿਹੜਾ ਥੋੜਾ ਬਹੁਤ ਨੌਲੇਜ ਦੇ ਸਕਨੇ ਆ, ਹਾਂਜੀ, ਜਿਹੜਾ ਅੰਡਰਸਟੈਂਡਿੰਗ ਹੁੰਦੀ ਹੈ ਇੰਪਰੂਵ ਕਰਾਣੀ, ਇਹ ਮੋਸਟਲੀ ਹੈਗਾ। ਸੋ ਥੈਂਕ ਯੂ, ਤੁਸੀਂ ਸਾਨੂੰ ਬੁਲਾਉਂਦੇ ਹੋ ਤੇ ਸਾਡਾ ਮਕਸਦ ਇਹੀ ਹੈਗਾ ਬਈ ਜਿਹੜੇ ਪੇਸ਼ੈਂਟਸ ਹੈਗੇ ਉਹਨਾਂ ਨੂੰ ਥੋੜ੍ਹਾ ਬਹੁਤ ਸਮਝ ਪੈ ਜਾਏ, ਕਿਉਂਕਿ ਜਿਹੜੇ ਟੌਪਿਕਸ ਅਸੀਂ ਡਿਸਕਸ ਕਰਨੇ ਆ ਕੁਆਇਟ ਕੰਪਲੀਕੇਟਡ ਟੌਪਿਕਸ ਹੈਗੇ ਆ। ਸੋ ਮੇਰਾ ਮਕਸਦ ਹੈਗਾ ਟੂ ਐ ਨਹੀਂ ਬਈ ਮੈਂ ਐਕਸਪਰਟ ਹੈਗਾ ਇਹ ਚੀਜ਼ਾਂ ਦੇ ਵਿੱਚ, ਬਟ ਜਿਹੜੀ ਮੇਰੀ ਅੰਡਰਸਟੈਂਡਿੰਗ ਹੈਗੀ ਹੈ ਮੈਂ ਟਰਾਈ ਕਰਨਾ ਬਈ ਉਹਨੂੰ ਨਾ ਬੇਸਿਕ ਦੇ ਵਿੱਚ ਸਿੰਪਲ ਟਰਮਸ ਬੜਾ ਪੜ੍ਹਨਾ ਨਾ ਤੁਸੀਂ। ਹਾਂਜੀ ਨਹੀਂ, ਇੱਕ ਮੈਂ ਤੁਹਾਨੂੰ ਦੱਸਾਂ, ਮੇਰੇ ਡੈਂਟਿਸਟ ਦੇਖੇ ਨੇ, this is the best dentist, honestly. He's so funny, so nice. You know, ਜਦੋਂ ਤੁਸੀਂ ਜਾਂਦੇ ਹੋ ਆਪਣਾ ਕੰਮ ਕਰਦੇ ਤੁਹਾਨੂੰ ਬਾਹਰ ਕਰ ਦਿੰਦੇ, they hardly talk to you. And ਜਦੋਂ ਗੱਲ ਵੀ ਕਰਨਗੇ ਤੁਹਾਡਾ ਮੂੰਹ ਖੁੱਲ੍ਹਾ ਹੁੰਦਾ, you can't even talk something. He's so funny when you go and see this gentleman, he's really funny. And ਬੰਦਾ ਨੂੰ ਡਰ ਹੁੰਦਾ ਹੈ, ਲੇਕਿਨ with him you don't feel any problem, honestly. ਥੈਂਕ ਯੂ ਭਾਜੀ, ਨਹੀਂ ਥੈਂਕ ਯੂ ਤੁਹਾਡਾ ਰਿਲਾ honestly, you know, ਦੇਖੋ ਹੱਸਦੇ ਰਹਿੰਦੇ ਨੇ, ਹਮੇਸ਼ਾ ਖੁਸ਼ ਰਹਿੰਦੇ ਨੇ। It's such a nice to have a dentist like him. ਅਸੀਂ ਯੂ ਨੋ ਡੈਂਟਲ ਕੇਅਰ ਦੀ ਹਮੇਸ਼ਾ ਗੱਲਾਂ ਕਰਦੇ ਰਹਿੰਦੇ ਕਿ ਕਿੱਦਾਂ ਤੁਸੀਂ ਆਪਣੇ ਦੰਦਾਂ ਦੀ ਦੇਖਭਾਲ ਕਰੋ। ਬੜੇ ਅਸੀਂ ਬਰਸ਼ ਤਰੀਕਾ ਹੁੰਦਾ ਕਿੱਦਾਂ ਕਰਨਾ, ਅਦਰਵਾਈਜ਼ ਉਹਨੂੰ ਕਿਸ ਤਰ੍ਹਾਂ ਦੰਦ ਵੀ ਡੈਮੇਜ ਹੋ ਜਾਂਦੇ। ਅਸੀਂ ਅੱਜ ਬਹੁਤੀ ਉਹਦੀ ਨਹੀਂ ਗੱਲ ਕਰਾਂਗੇ। ਅੱਜ ਬਹੁਤ ਇੰਪੋਰਟੈਂਟ ਸਬਜੈਕਟ ਹੈਗਾ ਜਿਹੜਾ ਇਨਪਲਾਂਟ ਡੈਂਟਲ ਦਾ ਹੈਗਾ। ਯੂ ਨੋ ਕਈ ਲੋਕੀ ਨਾ ਬੜੇ ਸੋਚਦੇ ਨੇ, ਆਈ ਨੋ ਮੈਂ ਡਾਕਟਰ ਨਾਲ ਗੱਲ ਕਰਾਂਗਾ, ਅਸੀਂ ਕੀਮਤ ਵਗੈਰਾ ਨਹੀਂ ਡਿਸਕਸ ਕਰ ਸਕਦੇ ਵਿਦ ਦੀ ਆਫਕਮ ਰੈਗੂਲੇਸ਼ਨ, ਲੇਕਿਨ ਉੱਦਾਂ ਹੈ ਮਹਿੰਗਾ, ਡੈਫੀਨੇਟਲੀ ਇਟਸ ਕੁਆਇਟ ਐਕਸਪੈਂਸਿਵ। ਅਗਰ ਜਿਹੜੇ ਤੁਹਾਨੂੰ ਬਾਹਰਲੀ ਕੰਟਰੀ 'ਚ ਲੋਕ ਜਾ ਕੇ ਕਰਾਉਂਦੇ ਨੇ ਬਹੁਤ ਸਸਤਾ, ਅੱਧੀ ਪ੍ਰਾਈਸ ਦਾ ਹੋ ਜਾਂਦਾ। ਡਿਸਐਡਵਾਂਟੇਜਿਸ ਅਗਰ ਕੱਲ੍ਹ ਕੁਛ ਹੋ ਜਾਵੇ, ਯੂ ਕੈਨਟ ਬੀ ਫਲਾਈਂਗ ਆਊਟ ਐਵਰੀ ਵੀਕ ਜਾਂ ਦੂਸਰੇ ਵੀਕ ਜਾਂ ਤੀਸਰੇ ਵੀਕ ਜਾ ਕੇ ਇਲਾਜ ਕਰਨ ਲਈ। ਸੋ ਇੱਕ ਦਫਾ ਰਵੋ ਮਹਿੰਗਾ ਲੈ ਕੇ ਤੇ ਫਿਰ ਤੁਹਾਨੂੰ ਬਾਰ-ਬਾਰ ਨਹੀਂ ਰੋਣਾ ਪਏਗਾ। ਦਿਸ ਇਜ਼ ਮਾਈ ਐਡਵਾਈਸ। ਡਾਕਟਰ ਸਾਹਿਬ ਕਿੱਥੋਂ ਸਟਾਰਟ ਕਰੀਏ ਅੱਜ ਅਸੀਂ ਡੈਂਟਲ ਦਾ? ਸਟਾਰਟ ਕਰਨੇ ਆ, ਪਹਿਲੀ ਇਹ ਗੱਲ ਹੈ ਵੀ ਜਿਹੜੀ ਚੀਜ਼ ਤੁਹਾਨੂੰ ਰੱਬ ਨੇ ਦਿੱਤੀ ਹੈ ਨਾ, ਹਾਂਜੀ, ਆਦਮੀ ਉਹ ਚੀਜ਼ ਨੂੰ ਮੈਚ ਕਦੀ ਕਰ ਹੀ ਨਹੀਂ ਸਕਦਾ। ਕੀ ਬਾਤ ਹੈ, ਕੀ ਇਹ ਪਹਿਲੀ ਗੱਲ। ਉਹਨੂੰ ਸਾਂਭ ਕੇ ਰੱਖੋ ਉਹਨੂੰ। ਹਾਂਜੀ, ਜਿਹੜੀ ਤੁਹਾਡੇ ਅਸਲੀ ਚੀਜ਼ ਹੈ, ਤੁਹਾਡੇ ਦੰਦ ਨੇ, ਉਹਨਾਂ ਨੂੰ ਬਚਾ ਕੇ ਰੱਖੋ। ਜੇ ਤੁਸੀਂ ਉਹਨਾਂ ਨੂੰ ਬਚਾ ਕੇ ਰੱਖੋਗੇ, ਉਹਨਾਂ ਨੂੰ ਸਫਾ ਕਰੋਗੇ, ਤੁਸੀਂ ਐਡਵਾਈਸ ਫੋਲੋ ਕਰੋਗੇ, ਤੁਸੀਂ ਰੈਗੂਲਰ ਚੈੱਕਅਪਸ ਵਾਸਤੇ ਜਾਓਗੇ, ਤੁਸੀਂ ਡਾਇਟ ਵਾਚ ਕਰੋ, ਸ਼ੂਗਰ ਨੂੰ ਵਾਚ ਕਰੋ, ਰਾਤ ਨੂੰ ਅੱਛੇ ਨਾਲ ਬਰਸ਼ ਕਰੋ, ਸਵੇਰ ਅੱਛੇ ਨਾਲ ਬਰਸ਼ ਕਰੋ, 99% ਜਿਹੜੇ ਡੈਂਟਲ ਦੇ ਪ੍ਰੋਬਲਮ ਹੈਗੇ ਆ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰ ਸਕਦੇ ਹੋ ਨਾ। ਹਾਂਜੀ, ਜਿਹੜਾ ਇੰਪਲਾਂਟ ਹੈਗਾ ਉਹ ਆਦਮੀ ਨੇ ਬਣਾਇਆ ਗਿਆ
ਰਿਪਲੇਸ ਕਰਨ ਵਾਸਤੇ ਜੋ ਕੁਦਰਤ ਰੱਬ ਨੇ ਤੁਹਾਨੂੰ ਦਿੱਤਾ ਹੋਇਆ ਮੁਫਤ। ਅਸੀਂ ਤੁਹਾਨੂੰ ਚਾਰਜ ਕਰ ਲੈਣੀ ਉਹ ਚੀਜ਼ ਪਿੱਛੇ, ਪਰ ਜੇ ਤੁਸੀਂ ਇੰਪਲਾਂਟ ਨੂੰ ਕੰਪੇਅਰ ਕਰੋ, ਜਿਹੜੀ ਅਸਲੀ ਦੰਦ ਜਿਹੜਾ ਤੁਹਾਨੂੰ ਰੱਬ ਨੇ ਦਿੱਤਾ ਤੇ ਜਿਹੜੀ ਅਸੀਂ ਤੁਹਾਨੂੰ ਦਿੰਦੇ ਆ, ਵੈਲਿਊ ਜਿਹੜੀ ਰੱਬ ਨੇ ਤੁਹਾਨੂੰ ਦਿੱਤੀ ਉਹਦੇ ਤਾਂ ਤੁਸੀਂ ਕਦੀ ਪਾ ਹੀ ਨਹੀਂ ਸਕਦੇ। ਪਰ ਜੇ ਤੁਸੀਂ ਮੈਨੂੰ ਪੁੱਛੋ ਹੁਣ, ਹਾਂ ਬਈ ਤੇਰੇ ਓਪੀਨੀਅਨ ਵਿੱਚ, ਇਹ ਸਿਰਫ ਮੇਰੀ ਓਪੀਨੀਅਨ ਹੈ, ਕਿਤੇ ਲਿਖਿਆ ਨਹੀਂ ਹੋਇਆ, ਪਰ ਮੇਰੀ ਓਪੀਨੀਅਨ ਹੈ। ਜੇ ਮੈਨੂੰ ਬੰਦਾ ਪੁੱਛਦਾ ਯਾਰ ਇਹ ਜਿਹੜਾ ਤੂੰ ਇੰਪਲਾਂਟ ਮੈਨੂੰ ਲਾ ਕੇ ਦੇਣਾ ਹੈ, ਜੇ ਤੂੰ ਇਹਨੂੰ ਕੰਪੇਅਰ ਕਰ ਜਿਹੜਾ ਅਸਲੀ ਦੰਦ ਹੈਗਾ, ਹਾਂਜੀ ਕਿੰਨਾ ਬਿਹਤਰ ਹੈ। ਮੈਂ ਉਸ ਟਾਈਮ ਤੇ ਬੰਦਿਆਂ ਨੂੰ ਮੈਂ ਕਹਿੰਦਾ ਦੇਖੋ ਭਾਈ, ਜੋ ਰੱਬ ਨੇ ਤੁਹਾਨੂੰ ਚੀਜ਼ ਦਿੱਤੀ ਹੈ ਅਸੀਂ ਉਹਦੇ ਕਾਬਿਲ ਆ ਹੀ ਨਹੀਂ ਸਕਦੇ। ਕੀ ਬਾਤ। ਪਰ ਜੇ ਤੂੰ ਮੈਨੂੰ ਪੁਸ਼ ਕਰ ਭਈ ਫਿਰ ਵੀ ਇਹ ਇੰਪਲਾਂਟ ਕਿੰਨਾ ਬਿਹਤਰ ਆਪਣੇ ਅਸਲੀ ਦੰਦ ਨਾਲੋਂ, ਮੈਂ ਕਹਾਂਗਾ ਇੰਪਲਾਂਟ ਕਦੀ ਅਸਲੀ ਦੰਦ ਨਾਲੋਂ ਬਿਹਤਰ ਹੋ ਹੀ ਨਹੀਂ ਸਕਦਾ। ਤੁਹਾਡਾ ਜਿਹੜਾ ਅਸਲੀ ਦੰਦ ਹੈ ਮਿਨੀਮਮ 50 to 100 ਟਾਈਮਸ ਬੈਟਰ ਦੈਨ ਐਨੀ ਇੰਪਲਾਂਟ। ਜਿਸ ਤਰ੍ਹਾਂ ਹੁਣ ਤੁਸੀਂ ਦੇਖ ਲਓ, ਜਿਹੜਾ ਬੰਦੇ ਦਾ ਆਪਣਾ ਖਿਆਲ ਰੱਖਦੇ ਨੇ, ਗਮ ਪ੍ਰੋਬਲਮ ਨਹੀਂ ਹੈਗਾ, ਸਭ ਕੁਝ ਠੀਕ ਹੈ, ਉਹ ਦੰਦ ਮੂੰਹ ਦੇ ਵਿੱਚ ਆਏਗਾ ਸਮਝ ਲਓ 6 ਸਾਲਾਂ 'ਚ। ਜੇ ਉਹਦਾ ਤੁਸੀਂ ਅੱਛਾ ਨਾਲ ਖਿਆਲ ਰੱਖੋ, ਬੰਦੇ ਹੈਗੇ ਆ ਜਿਹੜੇ ਉਹ ਦੰਦਾਂ ਨਾਲ ਮਰਦੇ ਨੇ। ਰੀਅਲੀ ਕਿੰਨੇ ਸਾਲ ਹੋ ਗਏ? ਐਵਰੇਜ ਏਜ 90 ਲੈ ਲਓ, 80 ਲੈ ਲਓ, ਰਾਈਟ? ਹਾਂਜੀ 75 ਇਅਰਸ ਉਹ ਚੀਜ਼ ਚਲਦੀ ਰਹਿੰਦੀ ਹੈ। ਕੀ ਬਾਤ ਹੈ, ਕੀ ਬਾਤ ਹੈ। ਹੁਣ ਮੈਂ ਤੁਹਾਨੂੰ ਇੰਪਲਾਂਟ ਦਿੱਤਾ ਨਹੀਂ, ਲਿਟਰੇਚਰ ਵਿੱਚ ਤੁਸੀਂ ਮੈਨੂੰ ਪੁੱਛੋਗੇ ਠੀਕ ਹੈ ਤੂੰ ਇੰਪਲਾਂਟ ਮੇਰੇ ਉਸੇ ਕਰਕੇ ਦੇ ਰਿਹਾ, ਇਹਦੀ ਗਾਰੰਟੀ ਕੀ ਹੈ? ਹਾਂਜੀ ਕੋਈ ਵੀ ਮੈਡੀਕਲ ਪ੍ਰੋਸੀਜਰ ਦੀ ਕੋਈ ਗਾਰੰਟੀ ਹੈਗੀ ਨਹੀਂ ਹੈ। ਉਹ ਕਿਉਂ? ਕਿਉਂਕਿ ਜਿਸ ਤਰ੍ਹਾਂ ਤੁਹਾਡੀ ਬਾਡੀ ਉਹ ਚੀਜ਼ ਨੂੰ ਰਿਐਕਟ ਕਰੇਗੀ, ਤੁਹਾਨੂੰ ਮਾਫਕ ਆਏਗਾ, ਨਹੀਂ ਮਾਫਕ ਆਏਗਾ, ਜਦੋਂ ਤੁਹਾਨੂੰ ਉਹ ਕਰਾ ਦਿੱਤਾ ਬਾਅਦ ਵਿੱਚ ਤੁਸੀਂ ਕੀ ਡਿਵੈਲਪ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਇਹ ਚੀਜ਼ਾਂ ਨੂੰ ਇਨਫਲੂਐਂਸ ਦੇ ਫੈਕਟਰ ਹੈਗੇ ਆ। ਪਰ ਐਵਰੇਜ 10 ਸਾਲ 15 ਸਾਲ 20 ਸਾਲ, ਹਾਂਜੀ ਇੰਪਲਾਂਟਸ 20-25 ਸਾਲਾਂ ਤੋਂ ਜਾ ਤਾਂ ਮੈਂ ਸੁਣਿਆ ਨਹੀਂ ਹੈਗਾ ਵੀ ਇੰਨੀ ਦੇਰ ਉਹ ਇੰਪਲਾਂਟਸ ਲਾਸਟ ਕੀਤੇ ਆ। ਮੈਂ ਦੇਖੋ ਐਵੇਂ ਨਹੀਂ ਸੀ ਤਾਰੀਫ ਕਰਦਾ, ਨਹੀਂ ਦੇਖੋ ਡੈਂਟਿਸਟ ਹੋ ਕੇ ਨਹੀਂ ਅਸੀਂ ਬਣਾ ਦਾਂਗੇ ਫਸਟ ਕਲਾਸ 100% ਠੀਕ ਹੋਏਗਾ। ਦਿਸ ਇਜ਼ ਵਾਟ ਆਈ ਲਾਈਕ ਇਨ ਦਿਸ ਮੈਨ। ਉਹ ਤੁਹਾਨੂੰ ਸਾਫ਼ ਕਹਿ ਰਿਹਾ, ਮੈਂ ਕਿੰਨਾ ਵੀ ਐਕਸਪਰਟ ਹੋ ਜਾਣਾ, ਜੋ ਓਰੀਜਨਲ ਹੈਗਾ ਉਹ ਚੀਜ਼ ਨਹੀਂ ਬਣ ਸਕਦੀ। ਭਾਜੀ ਵੈਰੀ ਫੇਅਰ, ਵੈਰੀ ਫੇਅਰ। ਉਹ ਤੋਂ ਬਾਅਦ ਫਿਰ ਇਨਸਾਨ ਡਿਸਾਈਡ ਕਰੇ ਕਿ ਵਾਟ ਹੀ ਵਾਂਟਸ ਟੂ ਡੂ। ਹੁਣ ਜਦੋਂ ਮੋਸਟਲੀ ਜਿਹੜੇ ਬੰਦੇ ਆਉਂਦੇ ਆ ਸਾਡੇ ਕੋਲ, ਹਾਂਜੀ ਮੋਸਟ ਦੰਦ ਜਿਹੜੇ ਚਲੇ ਜਾਂਦੇ ਆ ਆਈਦਰ ਟਰਾਮਾ, ਬਈ ਸੱਟ ਲੱਗ ਗਈ, ਦੰਦ ਟੁੱਟ ਗਿਆ, ਦੰਦ ਗਿਰ ਗਿਆ, ਇੱਕ ਦੰਦ ਰਹਿ ਗਿਆ, ਉਹ ਦੰਦ ਵਾਸਤੇ ਹੁਣ ਅਸੀਂ ਰਿਪਲੇਸ ਕਰਨਾ। ਕਾਫੀ ਤਰੀਕੇ ਹੈਗੇ ਆ ਜਿਸ ਤਰ੍ਹਾਂ ਉਹ ਦੰਦ ਨੂੰ ਅਸੀਂ ਰਿਪਲੇਸ ਕਰ ਸਕਦੇ ਹਾਂ। ਬਟ ਮੋਸਟਲੀ ਜਿਹੜਾ ਅਸੀਂ ਕਰਨਾ ਚਾਹੁੰਦੇ ਆ, ਜਿਹੜੇ ਆਸ-ਪਾਸ ਦੇ ਦੰਦ ਹੈ ਨਾ, ਅਸੀਂ ਉਹਨਾਂ ਨੂੰ ਨਾ ਡੈਮੇਜ ਨਹੀਂ ਕਰਨਾ ਚਾਹੁੰਦੇ। ਕਿਉਂਕਿ ਕਾਫੀ ਬੰਦੇ ਬ੍ਰਿਜ ਵਰਕ ਨੂੰ, ਮੈਂ ਬ੍ਰਿਜ ਨੂੰ ਵੈਰੀ ਕੁਇਕਲੀ ਮੈਂਸ਼ਨ ਕਰਨਾ। ਬ੍ਰਿਜ ਕੀ ਹੁੰਦਾ ਨੇ, ਜਿਹੜੇ ਆਸ-ਪਾਸ ਦੇ ਦੰਦ ਉਹਨਾਂ ਨੂੰ ਕੱਟ ਕੇ ਉਹ ਦੋ ਦੰਦ ਜਿਹੜਾ ਮਿਸਿੰਗ ਦੰਦ ਆ ਉਹਨੂੰ ਫੜ ਕੇ ਰੱਖਦੇ ਨੇ। ਸੋ ਇੱਥੇ ਇਹ ਹੈਗਾ, ਸੋ ਇਹ ਹੈਗਾ ਨੇ, ਇਧਰ ਕੈਮਰੇ ਨੂੰ ਦਿਖਾਓ। ਹਾਂ ਇੱਥੇ ਇੱਕ ਦੰਦ ਮਿਸਿੰਗ ਹੈ, ਇਹ ਅਸੀਂ 3 ਦੰਦ ਬ੍ਰਿਜ ਵਰਕਨ, ਇਹ ਇਧਰ ਹੀ ਇਹ 3 ਯੂਨਿਟ ਦਾ ਬ੍ਰਿਜ ਨੇ ਜਿਹੜਾ ਅਸੀਂ ਇੱਥੇ ਫਿਕਸ ਕਰ ਦਈਦਾ। ਸੋ ਜਿਹੜੇ ਆਸ-ਪਾਸ ਦੇ ਦੰਦ ਹੈ ਉਹ ਮਿਸਿੰਗ ਦੰਦ ਨੂੰ ਫੜ ਕੇ ਰੱਖ ਰਹੇ ਨੇ, ਇਹਨੂੰ ਕਹਿੰਦੇ ਆ ਬ੍ਰਿਜ। ਹੁਣ ਜਿਹੜਾ ਬ੍ਰਿਜ ਹੈਗਾ ਨੇ, ਉਹ ਜਿਹੜੇ 2 ਦੰਦ ਆਸ-ਪਾਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਗ੍ਰਾਈਂਡ ਕਰਨਾ ਪੈਂਦਾ ਨੇ। ਸੋ ਉਹ ਜਿਹੜੇ ਦੰਦ ਜਿਨ੍ਹਾਂ ਨੂੰ ਕੁਝ ਖਰਾਬੀ ਨਹੀਂ ਸੀਗੀ, ਉਹਨਾਂ ਦੀ ਵੀ ਫਿਰ ਤੁਸੀਂ ਲਾਈਫ ਐਕਸਪੈਕਟੈਂਸੀ ਰਿਡਿਊਸ ਕਰ ਦਿੰਦੇ ਹੋ। ਬਿਕੋਜ਼ ਉਹ ਦੰਦ ਦੀ ਜਿਹੜੀ ਨਾੜ ਹੁੰਦੀ ਹੈ, ਉਹ ਨਾੜ ਦਾ ਡੈਮੇਜ ਹੋ ਸਕਦਾ, ਉਹਦੇ ਬਾਅਦ 'ਚ ਪ੍ਰੋਬਲਮ ਖੜੇ ਹੋ ਸਕਦੇ ਆ। ਤੇ ਇਸ ਕਰਕੇ ਅਸੀਂ ਟਰਾਈ ਕਰਨੇ ਆ ਵੀ ਜਿਹੜਾ ਦੰਦ ਵਰਜਨ ਦੰਦ ਜਿਹਨੂੰ ਅਸੀਂ ਕਹਿੰਦੇ ਆ, ਜਿਹਦੇ ਨਾਲ ਕੁਝ ਨੁਕਸ ਨਹੀਂ ਹੈਗਾ, ਅਸੀਂ ਉਹਨੂੰ ਨਾ ਹੱਥ ਲਾਈਏ। ਸੋ ਆਈਡੀਅਲੀ ਜਿਹੜਾ ਇੱਕ ਦੰਦ ਜਿਹੜਾ ਮਿਸਿੰਗ ਹੈ ਨਾ, ਉਹਦੇ ਵਾਸਤੇ ਜਿਹੜਾ ਇੰਪਲਾਂਟ ਹੁੰਦਾ ਨੇ, ਉਹ ਇੱਕ ਜਾੜ ਹੁੰਦੀ ਹੈ। ਜਦੋਂ ਤੁਸੀਂ ਦੰਦ ਨੂੰ ਦੇਖੋ, ਜਿਹੜੇ ਦੰਦ ਤੁਸੀਂ ਆਪਣੇ ਮੂੰਹ ਦੇ ਵਿੱਚ ਦੇਖ ਸਕਦੇ ਹੋ, ਇਹਨੂੰ ਅਸੀਂ ਕਹਿੰਦੇ ਆ ਕਰਾਊਨਸ, ਜਿਹੜੇ ਬਾਹਰਲੇ ਹੈਗੇ ਆ। ਬਾਹਰਲੇ, ਹਾਂ। ਜਿਹੜੇ ਮਸੂੜੇ ਤੇ ਹੱਡੀ ਦੇ ਵਿੱਚ ਜਿਹੜੀ ਹੈਗੀ ਹੈ, ਜਿਹਨੂੰ ਅਸੀਂ ਕਹਿੰਦੇ ਆ ਜਾੜ। ਸੋ ਸਿੰਪਲ ਟਰਮਸ ਦੇ ਵਿੱਚ ਜਿਹੜਾ ਇੰਪਲਾਂਟ ਹੈ ਉਹ ਇੱਕ ਜਾੜ ਹੁੰਦੀ ਨੇ। ਸੋ ਅਸੀਂ ਤੁਹਾਨੂੰ ਇੱਕ ਜਾੜ ਦਿੰਦੇ ਆ, ਜਿਹਦੇ ਉੱਤੇ ਅਸੀਂ ਕਰਾਊਨ ਜੋੜਨੇ ਆ, ਜਿਹੜਾ ਤੁਹਾਡੇ ਮੂੰਹ 'ਚ ਦਿਸਦਾ। ਹੁਣ ਇੰਪਲਾਂਟਸ ਬਾਰੇ
ਬਹੁਤ ਦੇਰ ਪਹਿਲਾਂ ਮੇਬੀ ਹੁਣ 100 ਸਾਲ ਤੱਕ ਹੋ ਗਿਆ ਹੋਣਾ ਇਸ ਵਕਤ ਕਾਫੀ ਐਕਸਪੈਰੀਮੈਂਟ ਕਰਦੇ ਸੀਗੇ ਵਾਰ ਦੇ ਵਿੱਚ ਹਾਂਜੀ ਤੇ ਇੱਕ ਜਿਹੜਾ ਫੌਜੀ ਸੀਗਾ ਉਹਦੀ ਬਾਂਹ ਟੁੱਟੀ ਹੋਈ ਸੀ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਕਰਨਾ ਕੀ ਉਹਨਾਂ ਨੇ ਦੋ ਲੱਕੜ ਦੀਆਂ ਪੱਟੀਆਂ ਲਾ ਕੇ ਉਹਨੂੰ ਬੈਂਡੇਜ ਕਰ ਦੇਣਾ ਵੀ ਉਹਦਾ ਹੱਥ ਜਿੱਥੇ ਟੁੱਟਾ ਹੋਇਆ ਸੀਗਾ ਉਹ ਰਿਪੇਅਰ ਹੋ ਜਾਏ ਤੇ ਐਕਸਪੈਰੀਮੈਂਟ ਚੱਲ ਰਹੇ ਸੀਗੇ ਉਹ ਕਹਿੰਦੇ ਸੀ ਕਿ ਸਾਨੂੰ ਨਾ ਇੱਕ ਲੋਹਾ ਚਾਹੀਦਾ ਜਿਹੜਾ ਅਸੀਂ ਸਰੀਰ ਦੇ ਵਿੱਚ ਪਾ ਸਕੀਏ ਤੇ ਤੁਹਾਡਾ ਸਰੀਰ ਉਹ ਚੀਜ਼ ਨੂੰ ਰਿਜੈਕਟ ਨਾ ਕਰੇ ਤੇ ਉਹਦੇ ਚੋਂ ਇੱਕ ਲੋਹਾ ਉਹਨਾਂ ਨੇ ਡਿਵੈਲਪ ਕੀਤਾ ਜਿਹਨੂੰ ਕਹਿੰਦੇ ਟਾਈਟੇਨੀਅਮ ਹੁਣ ਟਾਈਟੇਨੀਅਮ ਦੀ ਖੂਬੀ ਕੀ ਹੈ ਵੀ ਉਹ ਜਦੋਂ ਸਰੀਰ 'ਚ ਚਲੇ ਜਾਂਦਾ ਹੈ ਤੁਹਾਡਾ ਸਰੀਰ ਉਹਨੂੰ ਰਿਜੈਕਟ ਨਹੀਂ ਕਰਦਾ ਓਕੇ ਕਿਉਂਕਿ ਜਿਹੜਾ ਸਾਡਾ ਸਰੀਰ ਹੈ ਕੁਝ ਨਕਲੀ ਚੀਜ਼ ਤੁਹਾਡੇ ਸਰੀਰ 'ਚ ਚਲੇ ਜਾਂਦੀ ਹੈ ਨਾ ਐਕਸੈਪਟ ਨਹੀਂ ਕਰੇਗਾ ਹਾਂਜੀ ਤੁਹਾਡਾ ਬਾਡੀ ਦਾ ਆਟੋਮੈਟਿਕ ਰਿਐਕਸ਼ਨ ਹੈਗਾ ਉਹਨੂੰ ਰਿਜੈਕਟ ਕਰਨਾ ਜਿਸ ਤਰ੍ਹਾਂ ਕੋਈ ਕੀੜਾ ਤੁਹਾਡੀ ਬਾਡੀ 'ਚ ਚਲੇ ਜਾਏ ਜਿਸ ਤਰ੍ਹਾਂ ਤੁਸੀਂ ਕੀ ਕਹਿੰਦੇ ਜੇ ਤੁਸੀਂ ਸਪਲਿੰਟਰ ਹਾਂਜੀ ਲੱਕੜ ਦਾ ਪੀਸ ਤੁਹਾਡੇ ਜੇ ਤੁਸੀਂ ਰਹਿਣ ਦੋ ਆਸਰ ਸੇ ਬਾਹਰ ਹੀ ਆ ਉਹ ਜਾਂਦੇ ਆਪਣੇ ਆਪ ਸਰੀਰ ਉਹ ਮਾਸ ਨੂੰ ਕੱਟ ਕੇ ਉਹ ਚੀਜ਼ ਨੂੰ ਬਾਹਰ ਕਰ ਦਿੰਦਾ ਨੇ ਬਹੁਤ ਟਰੂ ਗੱਲ ਹੈ ਬੜੀ ਹਾਂਜੀ true ਗੱਲ ਇਹ ਹੈਗਾ ਨੇ ਬਾਡੀ ਦਾ ਨੈਚੁਰਲ ਡਿਫੈਂਸ ਸਿਸਟਮ ਜਿਹੜਾ ਉਹ ਚੀਜ਼ ਨੂੰ ਕੱਢਦਾ ਸੋ ਕੋਈ ਵੀ ਨਕਲੀ ਚੀਜ਼ ਜਿਹੜੀ ਬਾਡੀ 'ਚੋਂ ਜਾਏਗੀ ਹਾਂਜੀ ਤੁਹਾਡਾ ਬਾਡੀ ਉਹਨੂੰ ਰਿਜੈਕਟ ਕਰਦਾ ਬਟ ਜਦੋਂ ਉਹ ਐਕਸਪੈਰੀਮੈਂਟ ਕਰ ਰਹੇ ਸੀ ਉਹਨਾਂ ਨੂੰ ਇੱਕ ਗੱਲ ਤੋਂ ਪਤਾ ਲੱਗ ਗਿਆ ਵੀ ਇਹ ਲੋਹਾ ਜਿਹੜਾ ਨੇ ਟਾਈਟੇਨੀਅਮ ਹਾਂਜੀ ਇਹ ਟਾਈਟੇਨੀਅਮ ਦਾ ਲੋਹਾ ਤਾਂ ਉਹਨਾਂ ਨੂੰ ਐਡਵਾਂਟੇਜ ਕੀ ਆਇਆ ਵੀ ਬਾਡੀ ਨੇ ਇਹ ਚੀਜ਼ ਨੂੰ ਐਕਸੈਪਟ ਕਰ ਲਿੱਤਾ ਸੋ ਜਦੋਂ ਬਾਡੀ ਨੇ ਇਹ ਚੀਜ਼ ਨੂੰ ਐਕਸੈਪਟ ਕਰ ਲਿੱਤਾ ਉਹਦਾ ਮਤਲਬ ਇਹ ਹੈਗਾ ਵੀ ਤੁਹਾਡੀ ਬਾਡੀ ਉਹ ਚੀਜ਼ ਨੂੰ ਨਾਲ ਜੁੜ ਸਕਦੀ ਹੈ ਨਾਲੇ ਉਹ ਚੀਜ਼ ਤੁਹਾਡੀ ਬਾਡੀ 'ਚ ਰਹਿ ਸਕਦੀ ਹੈ ਸੋ ਇਹ ਹੈਗਾ ਨੇ ਪ੍ਰਿੰਸੀਪਲ ਇੰਪਲਾਂਟਸ ਦਾ ਸੋ ਸਿੰਪਲੀ ਸਮਝ ਲਓ ਤੁਹਾਡਾ ਅਗਲਾ ਦੰਦ ਨਹੀਂ ਹੈਗਾ ਤੁਹਾਡੀ ਹੱਡੀ ਮਜ਼ਬੂਤ ਹੈ ਠੀਕ ਹੈ ਮੈਡੀਕਲੀ ਹੁਣ ਤੁਸੀਂ ਮੈਡੀਕਲੀ ਮੈਨੂੰ ਪੁੱਛੋ ਮੋਸਟਲੀ ਸਾਰੇ ਬੰਦੇ ਇੰਪਲਾਂਟਸ ਕਰਾ ਸਕਦੇ ਆ ਮੈਜੋਰਿਟੀ ਮੈਡੀਕਲ ਜਿਹੜੇ ਇੱਕ ਸਟੇਬਲ ਕੰਟਰੋਲਡ ਮੈਡੀਕਲ ਕੰਡੀਸ਼ਨਸ ਹੈਗੀਆਂ ਬਟ ਕੈਂਸਰ ਇੱਕ ਚੀਜ਼ ਹੈ ਜਿਹੜੀ ਬਾਡੀ ਨੂੰ ਰਿਜੈਕਟ ਕਰਦੀ ਹੈ ਹਾਂਜੀ ਕਿਉਂਕਿ ਤੁਹਾਡੀ ਖੁਦ ਦੀ ਬਾਡੀ ਰਿਜੈਕਟ ਕਰਦੀ ਹੈ ਸੋ ਜਿਹੜੇ ਪੇਸ਼ੈਂਟ ਨੂੰ ਕੈਂਸਰ ਹੈਗੀ ਹੈ ਹਾਂਜੀ ਉਹਦਾ ਇੰਪਲਾਂਟ ਉਹ ਮਾਫਿਕ ਨਹੀਂ ਆਏਗਾ ਉਹ ਫਿਊਜ਼ ਨਹੀਂ ਹੋਏਗਾ ਬੋਨ ਦੇ ਨਾਲ ਤੇ ਉਹ ਫਿਰ ਇਨਸਾਨ ਉਹ ਚੀਜ਼ ਦਾ ਜੇ ਹੱਡੀ 'ਚ ਉਹ ਜੁੜ ਨਾ ਗਿਆ ਫਿਰ ਉਹ ਇੰਪਲਾਂਟ ਹਿਲ ਕੇ ਬਾਹਰ ਆ ਜਾਂਦਾ ਤੇ ਦੂਸਰੀ ਗੱਲ ਹੈਗੀ ਹੈ ਜਿਹਨਾਂ ਕੋਲ ਬੋਨ ਡਿਜ਼ੀਜ਼ ਹੈਗੀ ਹੈ ਬਿਕਾਜ਼ ਇਹ ਸਭ ਕੁਝ ਡਿਪੈਂਡ ਕਰਦਾ ਨੇ ਕਿੰਨੀ ਅੱਛੀ ਤਰ੍ਹਾਂ ਜਿਹੜਾ ਬੋਨ ਹੈ ਨਾ ਇੰਪਲਾਂਟ ਨੂੰ ਫੜ ਕੇ ਰੱਖੇ ਸੋ ਜਦੋਂ ਮੇਰੇ ਪਾਸ ਪੇਸ਼ੈਂਟਸ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਸਿੰਪਲ ਟਰਮ 'ਚ ਮੈਂ ਕਹਿੰਦਾ ਹਾਂਜੀ ਪੇਸ਼ੈਂਟ ਆਉਂਦਾ ਮੈਂ ਕਿਹਾ ਤੁਹਾਡਾ ਗਾਰਡਨ ਹੈਗਾ ਨੇ ਹਾਂਜੀ ਮੈਂ ਕਿਹਾ ਜਿਹੜਾ ਤੁਸੀਂ ਉਹ ਕੀ ਕਹਿੰਦੇ ਆ ਫੈਂਸ ਪਾ ਰਹੇ ਹੋ ਹਾਂਜੀ ਤੁਹਾਨੂੰ ਪੋਸਟ ਚਾਹੀਦਾ ਠੀਕ ਹੈ ਪਹਿਲਾਂ ਤੁਸੀਂ ਮੋਰੀ ਕਰਦੇ ਹੋ ਸੋਇਲ ਵਿੱਚ ਫਿਰ ਤੁਸੀਂ ਕੰਕਰੀਟ ਪਾਉਂਦੇ ਹੋ ਫਿਰ ਤੁਸੀਂ ਪੋਸਟ ਪਾਉਂਦੇ ਹੋ ਹਾਂਜੀ ਉਹ ਜਿਹੜਾ ਕੰਕਰੀਟ ਹੈ ਹਾਂਜੀ ਜਿੰਨੇ ਕਰ ਉਹ ਕੰਕਰੀਟ ਸਖਤ ਤੇ ਮਜ਼ਬੂਤ ਨਹੀਂ ਹੁੰਦਾ ਉਹਨੇ ਤੱਕਰ ਤੁਸੀਂ ਫੈਂਸ ਟੰਗ ਨਹੀਂ ਸਕਦੇ ਕੀ ਬਾਤ ਹੈ ਠੀਕ ਹੈ ਨਾ ਕਿ ਨਹੀਂ ਸੋ ਇਹ ਗੱਲ ਹੈਗੀ ਹੈ ਤੁਹਾਡਾ ਮਾਊਥ ਹੈ ਜਿਹੜਾ ਸਟੈਂਡਰਡ ਵੇ ਹੈਗਾ ਨੇ ਪਹਿਲਾਂ ਅਸੀਂ ਹੋਲ ਕਰੀਦਾ ਹੱਡੀ ਦੇ ਵਿੱਚ ਫਿਰ ਜਿਹੜਾ ਪੀਸ ਆਉਂਦਾ ਨੇ ਸਕਰੂ ਹੈਗਾ ਨੇ ਇੱਕ ਸਕਰੂ ਹੈ ਇੰਪਲਾਂਟ ਨੂੰ ਅਸੀਂ ਸਕਰੂ ਕਰਨੇ ਆ ਉਹਨੂੰ ਅਸੀਂ ਪਾਉਂਦੇ ਆ ਉਹ ਹੱਡੀ ਦੇ ਵਿੱਚ ਉਹ ਵੀ ਚੀਜ਼ ਨੂੰ ਅਸੀਂ ਸਕਰੂ ਕਰਨੇ ਆ ਹੱਡੀ ਦੇ ਵਿੱਚ ਫਿਰ ਉਹਦੇ ਉੱਤੇ ਅਸੀਂ ਕੈਪ ਲਾ ਦਈਦਾ ਉਹਦੇ ਉੱਤੇ ਫਿਰ ਆਰਟੀਫਿਸ਼ੀਅਲ ਦੰਦ ਪਾ ਦਈਦਾ ਫਿਰ 3 ਜਾਂ 6 ਮਹੀਨੇ ਅਸੀਂ ਵੇਟ ਕਰੀਦਾ ਉਹ 3 ਜਾਂ 6 ਮਹੀਨਿਆਂ 'ਚ ਕੀ ਹੁੰਦਾ ਨੇ ਜਿਹੜੀ ਹੱਡੀ ਤੁਹਾਡੀ ਹੈ ਉਹ ਉੱਗ ਕੇ ਉਹ ਇੰਪਲਾਂਟ ਨੂੰ ਫੜ ਲੈਂਦੀ ਹੈ ਓਕੇ ਹਾਂਜੀ ਇਜ਼ ਦੈਟ ਅ ਪੇਨਫੁਲ ਪ੍ਰੋਸੀਜਰ ਇਟਸ ਅ ਸਰਜੀਕਲ ਪ੍ਰੋਸੀਜਰ ਹੁਣ ਜਦੋਂ ਮੈਂ ਜਿਹੜੇ ਮੇਰੇ ਪੇਸ਼ੈਂਟਸ ਆਉਂਦੇ ਆ ਮੇਰੇ ਪਾਸ ਉਹ ਮੈਨੂੰ ਕਹਿੰਦੇ ਆ ਜਿਨ੍ਹਾਂ ਨੇ ਇੰਪਲਾਂਟ ਕਰਾਇਆ ਤੇ ਜਿਨ੍ਹਾਂ ਨੇ ਦੰਦ ਕਢਾਏ ਆ ਉਹ ਕਹਿੰਦੇ ਆ ਮੈਨੂੰ ਜਿਹੜਾ ਦੰਦ ਕਢਾਉਣਾ ਮੈਨੂੰ ਮੋਰ ਟਰੋਮੈਟਿਕ ਸੀਗਾ ਮੇਰੇ ਵਾਸਤੇ ਇੰਪਲਾਂਟ ਪਾਉਣ ਨਾਲੋਂ ਰੀਅਲੀ ਓਕੇ ਐਬਸੋਲੂਟਲੀ ਰਾਈਟ ਸੋ ਇੰਪਲਾਂਟ ਜਦੋਂ ਅਸੀਂ ਸਨਗ ਫਿਟ ਕਰ ਦਈਦਾ ਉਹਦੇ ਵਿੱਚ ਫਿਰ ਉਹਨੂੰ 3 to 6 ਮੰਥਸ ਹੱਡੀ ਦੀ ਹੀਲਿੰਗ ਹੋ ਜਾਂਦੀ ਹੈ ਫਿਰ ਉਸ ਟਾਈਮ ਤੇ ਸਾਡੇ ਪਾਸ ਸਪੈਸ਼ਲ ਟੋਕਸ ਮਕੈਨੀਕਲ ਰੈਂਚਿਸ ਹੁੰਦੇ ਨੇ ਤੇ ਟੋਕਸ ਹੈਗੇ ਆ
ਅਸੀਂ ਟੋਕ ਨਾਲ ਚੈੱਕ ਕਰੀਦਾ ਵੀ ਉਹ ਜਿਹੜਾ ਸਕਰੂ ਹੈਗਾ ਨੇ ਉਹ ਕਿੰਨਾ ਸਟਰੋਂਗ ਹੱਡੀ ਵਿੱਚ ਮਾਫਕ ਫੜ ਆ ਲਿਆ ਗਿਆ ਕਿ ਨਹੀਂ ਫੜ ਲਿਆ ਫੜ ਗਿਆ ਪ੍ਰੋਪਰਲੀ ਕਿ ਨਹੀਂ ਹਾਂ ਰਾਈਟ ਤੇ ਜਦੋਂ ਉਹ ਫੜ ਗਿਆ ਉਸ ਟਾਈਮ ਤੇ ਅਸੀਂ ਜਿਹੜਾ ਕਵਰਿੰਗ ਜਿਹੜਾ ਅਸੀਂ ਕਵਰਿੰਗ ਸਕਰੂ ਕਹਿੰਦੇ ਆ ਉਹਨੂੰ ਖੋਲ ਕੇ ਇੰਪ੍ਰੈਸ਼ਨ ਲੈ ਕੇ ਦੰਦ ਬਣਾ ਕੇ ਫਿਰ ਉਹਨੂੰ ਉਹਦੇ ਸਕਰੂ ਕਰ ਦੇਈਦਾ ਅੱਛਾ ਹੁਣ ਮੈਂ ਤੁਸੀਂ ਦੱਸੋ ਤੁਸੀਂ ਹਾਂਜੀ। ਦੱਸਿਆ ਆਦਤ ਦੇ ਤੁਹਾਨੂੰ ਬੋਨ ਦੀ ਪ੍ਰੋਬਲਮ ਹੈ ਜਾਂ ਕੈਂਸਰ ਦਾ ਹੋਵੇ ਫਿਰ ਜ਼ਰਾ ਪ੍ਰੋਬਲਮ ਹੈ ਕਿ ਉਹਦੇ ਡਿਫਿਕਲਟੀ ਨਹੀਂ ਹੋ ਸਕਦਾ ਜੇ ਕੋਈ ਡਾਇਬੀਟਿਸ ਬੰਦਾ ਹੋਵੇ ਉਹਦੇ ਨਾਲ ਕੀ ਜੇ ਕੰਟਰੋਲ ਡਾਇਬੀਟੀਜ਼ ਹੈਗੀ ਹੈ ਕੰਟਰੋਲ ਡਾਇਬੀਟਿਸ ਕੰਟਰੋਲ ਡਾਇਬੀਟੀਜ਼ ਟਾਈਪ 2 ਜਿਹਨੂੰ ਕਹਿੰਦੇ ਨੇ Type 2. absolutely no problem in having implants but would that take the healing slightly longer than the normal slightly longer but ਜੇ controlled ਹੈ people who are diabetic can have implants placed and we place them where we work ਪਰ ਜਦੋਂ ਤੁਸੀਂ ਸਕਰੂ ਪਾਉਂਦੇ ਹੋ ਕਿੰਨਾ ਲੰਮਾ ਜਾਂਦਾ ਅੰਦਰ ਇੰਟੂ ਯਰ ਹੁਣ ਬੋਨ ਉਹ ਡਿਪੈਂਡ ਕਰਦਾ ਨੇ ਐਨਾਟਮੀ ਦੇ ਉੱਤੇ obviously ਜੇ ਹੱਡੀ ਜਿੰਨੀ ਹੱਡੀ ਹੈਗੀ ਹੈ ਉਹਨਾਂ ਹੀ ਸਕਰੂ ਸਾਨੂੰ ਚਾਹੀਦਾ ਨੇ ਮਿਨੀਮਮ 6 ਮਿਲੀਮੀਟਰ ਚਾਹੀਦਾ ਵਾ really ਹੁਣ ਕਾਫੀ ਬੰਦੇ ਹੈਗੇ ਆ ਜਿਨ੍ਹਾਂ ਦੇ ਜਦੋਂ ਦੰਦ ਕੱਢੇ ਜਾਏ ਤੇ ਉਹਨਾਂ ਦਾ 6 ਮਿਲੀਮੀਟਰ ਨਹੀਂ ਹੁੰਦਾ ਉਹਨਾਂ ਵਾਸਤੇ ਬੋਨ ਗ੍ਰਾਫਟ ਕਰੀਦਾ really ਹਾਂਜੀ ਬੋਨ ਗ੍ਰਾਫਟ ਅਸੀਂ ਕਰੀਦਾ ਸੋ ਬੋਨ ਜਿਹੜਾ ਹੁੰਦਾ ਨੇ ਇੱਥੋਂ ਦੀ ਲਈਦਾ ਇਹ ਜੋ ਤੋਂ ਲਈਦਾ ਕੋਰਨਰ ਉੱਥੋਂ ਲੈ ਕੇ ਕਿਉਂਕਿ ਜਿਹੜਾ ਖੁਦ ਦਾ ਬੋਨ ਹੈ ਨਾ ਉਹ ਆਪਣੇ ਬੋਨ ਦੇ ਨਾਲ ਫਿਊਜ਼ ਹੋ ਜਾਏਗਾ ਸੋ ਐਸ ਸਲਾਈਟਲੀ ਮੋਰ ਕੰਪਲਿਕੇਟਿਡ ਟ੍ਰੀਟਮੈਂਟ ਹੁੰਦਾ ਨੇ ਅਸੀਂ ਬੋਨ ਨੂੰ ਗ੍ਰਾਫਟ ਕਰਨੇ ਆ ਸਾਲ ਨੂੰ ਉਹ ਬੋਨ ਰਹਿਣ ਦਿੰਦੇ ਆ ਜੇ ਸਮਝ ਲਓ ਤੁਹਾਡੇ ਪਾਸ ਸਿਰਫ 3 ਮਿਲੀਮੀਟਰ ਸੀਗਾ ਤੁਸੀਂ 6 ਮਿਲੀਮੀਟਰ ਦਾ ਬੋਨ ਗ੍ਰਾਫਟ ਕਰ ਸਕਦੇ ਹੋ ਰਾਈਟ ਟੋਟਲ ਐਟ ਦੀ ਐਂਡ ਆਫ ਦ ਡੇ 8 ਮਿਲੀਮੀਟਰ ਹੋ ਜਾਏਗਾ ਬੋਨ ਉਹਦੇ ਵਿੱਚ ਫਿਰ ਤੁਸੀਂ 7.5 ਮਿਲੀਮੀਟਰ ਦਾ ਇੰਪਲਾਂਟ ਪਾ ਸਕਦੇ ਹੋ ਯਾ ਐਬਸੋਲੂਟਲੀ ਇਹਦੇ 'ਚ ਕੋਈ ਏਜ ਦਾ ਹੁੰਦਾ ਕਿ ਕਿੰਨੀ ਏਜ ਹੋਗੀ ਕਿ ਜਿਆਦਾ ਤੁਹਾਡੀ ਬੋਨ ਦਾ ਸਟਰਕਚਰ ਹੋਵੇ ਤੇ ਕੋਈ ਬਿਮਾਰੀ ਨਾ ਹੋਵੇ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ absolutely not implants ਕੋਈ ਵੀ ਬੰਦਾ at whatever age you can have an implant done as long as ਤੁਸੀਂ medically compromised ਨਹੀਂ ਹੈਗੇ ਹੋ with cancer and with bone disease right ਤੀਸਰੀ ਗੱਲ ਹੈ smoking okay smoking is a no for implants because ਜਦੋਂ implant ਅਸੀਂ ਪਾਈਦਾ ਜਿਹੜਾ ਜੰਕਸ਼ਨ ਹੈ implant ਦਾ ਮਸੂੜੇ ਦਾ ਗਮ ਦਾ ਤੇ ਹੱਡੀ ਦਾ ਉਹ ਜਗ੍ਹਾ ਬਹੁਤ ਵਨਰੇਬਲ ਹੈ ਤੇ ਜਦੋਂ ਸਿਗਰਟ ਸਮੋਕ ਆਂਦਾ ਉਸ ਜਗ੍ਹਾ ਦੇ ਵਿੱਚ ਉਹ ਜਿਹੜਾ ਜੰਕਸ਼ਨ ਹੈ ਉਹਨੂੰ ਮਾਰ ਦਿੰਦਾ ਹਾਂਜੀ ਸੋ ਜੇ ਉਹ ਜਗ੍ਹਾ ਮਰੀ ਗਈ ਫਿਰ ਉਹਦਾ ਮਤਲਬ ਕੀ ਹੈਗਾ ਵੀ ਜਿਹੜਾ ਤੁਹਾਡਾ ਇੰਪਲਾਂਟ ਹੈ ਉਹ ਇੰਟੀਗ੍ਰੇਟ ਨਹੀਂ ਕਰੇਗਾ ਉਹ ਹੱਡੀ ਨਾਲ ਜੁੜੇਗਾ ਨਹੀਂ ਪ੍ਰੋਪਰਲੀ ਕਿਉਂਕਿ ਤੁਹਾਡਾ ਸਮੋਕ ਉਹ ਚੀਜ਼ ਨੂੰ ਡਿਸਟਰੋਏ ਕਰ ਦਿੰਦਾ ਸੋ ਇਸ ਕਰਕੇ ਪਹਿਲੀ ਗੱਲ ਹੁੰਦੀ ਨੇ ਜਦੋਂ ਤੁਸੀਂ ਇੰਪਲਾਂਟ ਮੈਂ ਇੰਪਲਾਂਟੋਲੋਜਿਸਟ ਨਹੀਂ ਆ ਪਰ ਮੈਨੂੰ ਕਾਫੀ ਨੌਲੇਜ ਹੈ ਇੰਪਲਾਂਟਸ ਬਾਰੇ ਹਾਂਜੀ ਪਰ ਜਿਹੜੇ ਹੁਣ ਸਰਜੀਕਲ but your firm does it no absolutely I work with a lot of implantologists remember George who came with me on one day yes you remember he also places a lot of implants right so idea ਕੀ ਹੈਗੀ ਹੈ ਭਈ ਜਿਹੜਾ ਬੰਦਾ ਸਮੋਕ ਕਰਦਾ ਅਸੀਂ ਉਹਨੂੰ ਪਹਿਲਾਂ ਸਟਾਪ ਕਰਾਉਣ ਦੀ ਕੋਸ਼ਿਸ਼ ਕਰਨੇ ਆ ਹਾਂਜੀ not everybody is able to do it ਤੇ ਉਹਨਾਂ ਦੇ ਨਾਲ ਫਿਰ ਅਸੀਂ ਸੀਰੀਅਸ ਅੰਡਰਟੇਕਿੰਗ ਲੈ ਲਈਦੀ ਹੈ ਵੀ ਜੇ ਤੇਰਾ ਇੰਪਲਾਂਟ ਫੇਲ ਹੋ ਗਿਆ it's down to you we asked you to stop smoking unfortunately the smoking is detrimental to the healing of the implant within the bone okay so smoking is definitely a no ਹੁਣ implant ਅਸੀਂ ਕਰ ਦਿੱਤਾ ਠੀਕ ਹੈ ਨਾ it's for life no problem ਮੈਨੂੰ ਕੋਈ ਪ੍ਰੋਬਲਮ ਨਹੀਂ ਆਣੀ no the reason ਤੁਹਾਡੇ ਦੰਦ ਗਏ ਆ mostly ਗਮ ਤੇ ਬੋਨ ਡਿਜ਼ੀਜ਼ ਕਰਕੇ ਗਏ ਆ ਗਮ ਐਂਡ ਬੋਨ ਡਿਜ਼ੀਜ਼ ਕਿਉਂ ਹੁੰਦੀ ਹੈ ਮੇਨਲੀ ਬਿਕੋਜ਼ ਤੁਸੀਂ ਆਪਣੇ ਦੰਦ ਅੱਛੇ ਨਾਲ ਸਫਾ ਨਹੀਂ ਕਰਦੇ ਤੁਸੀਂ ਪ੍ਰੋਫੈਸ਼ਨਲੀ ਆਪਣੇ ਦੰਦ ਸਫਾ ਨਹੀਂ ਕਰਦੇ ਤੁਸੀਂ ਰੈਗੂਲਰਲੀ ਚੈੱਕਅਪਸ ਵਾਸਤੇ ਨਹੀਂ ਜਾਂਦੇ ਹਾਂਜੀ ਤੇ ਜਿੱਥੇ ਇਨਫੈਕਸ਼ਨ ਸ਼ੁਰੂ ਹੋ ਰਹੀ ਹੈ ਸਪੈਸ਼ਲਿਸਟ ਦੇ ਕੋਲ ਜਾਣਾ ਪੈਂਦਾ ਪੈਰੀਓਡੋਂਟਿਸਟ ਦੇ ਕੋਲ ਜਿਹੜਾ ਤੁਹਾਡਾ ਸਾਰਾ ਕੰਡੀਸ਼ਨ ਨੂੰ ਸਟੇਬਲਾਈਜ਼ ਕਰਦਾ ਹੈ ਇੱਕ ਵਾਰੀ ਹੱਡੀ ਤੁਹਾਡੀ ਜਿਹੜੇ ਦੰਦਾਂ ਨੂੰ ਫੜ ਕੇ ਰੱਖਦੀ ਹੈ ਉਹ ਚੱਲੇ ਜਾਣ ਲੱਗ ਜਾਂਦੀਆਂ ਨੇ ਉਹ ਬਾਕੀ ਜਾਣਾ ਬਹੁਤ ਜਲਦੀ ਹੋ ਜਾਂਦਾ ਨੇ ਵੀ ਕਾਲ ਇਟ ਐਕਸਪੋਨੈਂਸ਼ੀਅਲ ਲਾਸ ਉਹਦਾ ਮਤਲਬ ਕੀ ਹੈਗਾ ਨੇ ਜਿਹੜਾ ਐਕਸਪੋਨੈਂਸ਼ੀਅਲ ਕਰਵ ਹੈ ਨਾ ਉਹ ਇੱਦਾਂ ਜਾਂਦੀ ਹੈ ਸੋ ਉਹਦਾ ਮਤਲਬ ਹੈ ਵੀ ਸ਼ੁਰੂਆਤ ਵਿੱਚ ਬਹੁਤ ਤੁਹਾਨੂੰ ਕਰਨਾ ਪੈਂਦਾ ਨੇ ਥੋੜੀ ਜੀ ਬਹੁਤ ਟਾਈਮ ਨਿਕਲਦਾ ਨੇ ਥੋੜੀ ਜੀ ਹੱਡੀ ਜਾਣ ਵਾਸਤੇ ਪਰ ਜਦੋਂ ਹੱਡੀ ਜਾਣ ਲੱਗ ਜਾਂਦੀ ਹੈ ਨਾ ਬਾਕੀ ਬਹੁਤ ਜਲਦੀ ਚਲੀ ਜਾਂਦੀ ਹੈ ਅਸਲ ਮਤਲਬ ਪਹਿਲਾਂ ਤੁਸੀਂ ਸਟਾਪ ਕਰੋ ਤੇ ਪਹਿਲਾਂ ਹੀ ਸਟਾਪ ਕਰ ਲਓ ਕਿਉਂਕਿ ਜਿਹੜਾ ਰੱਬ ਨੇ ਜੋ ਕੁਝ ਸਾਨੂੰ ਦਿੱਤਾ ਨਾ
ਅਸੀਂ ਬਹੁਤ ਸਾਡੇ ਬਾਡੀ ਬਹੁਤ ਰੈਜ਼ਿਸਟੈਂਸ ਆ ਚੀਜ਼ਾਂ ਦੇ ਉੱਤੇ ਬਹੁਤ ਖਰਾਬੀ ਤੋਂ ਬਾਅਦ ਬਹੁਤ ਨਿਗਲੈਕਟ ਤੋਂ ਬਾਅਦ ਫਿਰ ਡੈਮੇਜ ਸ਼ੁਰੂ ਹੁੰਦਾ ਹੈ। ਬਿਲਕੁਲ ਉਦੋਂ ਹਾਂਜੀ। ਅਸੀਂ ਜਾਣਦੇ ਹਾਂ ਤੇ ਉਦੋਂ ਜਦੋਂ ਇਹੀ ਗੱਲ ਹੈ ਜਦੋਂ ਉਹ ਡੈਮੇਜ ਸ਼ੁਰੂ ਹੋਣ ਲੱਗ ਜਾਂਦਾ ਨਾ ਫਿਰ ਉਹ ਬਹੁਤ ਰੈਪਿਡਲੀ ਸ਼ੁਰੂ ਹੋ ਜਾਂਦਾ ਨੇ। ਪਰ ਜੇ ਤੁਸੀਂ ਉੱਥੇ ਤੱਕ ਪਹੁੰਚੋ ਨਾ ਉਹ ਚੀਜ਼ ਨੂੰ ਤੁਸੀਂ ਪ੍ਰੀਵੈਂਟ ਕਰੋ ਹਾਂਜੀ ਯੂ ਕੈਨ ਸਟੇ ਫਿਟ ਐਂਡ ਹੈਲਥੀ ਐਂਡ ਇਟਸ ਨਾਟ ਜਸਟ ਦ ਮਾਊਥ ਤੁਹਾਡਾ ਸਾਰਾ ਸਰੀਰ ਦੀ ਗੱਲ ਹੈਗੀ ਹੈ। ਬਿਲਕੁਲ ਯਾਰ ਹਾਂਜੀ ਰਾਈਟ ਸੋ ਇਸ ਕਰਕੇ ਇਟਸ ਵੈਰੀ ਵੈਰੀ ਇੰਪੋਰਟੈਂਟ ਵੀ ਇਹ ਬਿਮਾਰੀਆਂ ਤੁਸੀਂ ਆਉਣ ਨਾ ਦਿਓ। ਹੁਣ ਗੱਲ ਕੀ ਹੈਗੀ ਹੈ ਜਿਹੜੇ ਇਹ ਬਿਮਾਰੀਆਂ ਆ ਗਈਆਂ ਬੰਦਿਆਂ ਦੇ ਉੱਤੇ ਹਾਂਜੀ ਉਹਨਾਂ ਨੇ ਹੁਣ ਆਉਣਾ ਸਾਡੇ ਕੋਲ ਉਹ ਜਿਹੜੇ ਆ ਰਹੇ ਨੇ ਉਹਨਾਂ ਦੇ ਵਾਸਤੇ ਅਸੀਂ ਤਾਂ ਕੁਝ ਕਰਨਾ ਪੈਣਾ ਹਾਂਜੀ ਜਿਹੜਾ ਸਮਝ ਲਓ ਫਰੰਟ ਮਿਸਿੰਗ ਟੂਥ ਹੈ। ਸੋ ਮੈਂ ਨਾ ਇੱਕ ਤੁਹਾਨੂੰ ਇਸ ਵਕਤ ਇੱਕ ਐਕਸ-ਰੇ ਦਿਖਾਣਾ ਬਹੁਤ ਇੰਪੋਰਟੈਂਟ। ਅਸੀਂ ਥੋੜਾ ਬ੍ਰੇਕ ਤੋਂ ਬਾਅਦ ਖੋਲਾਂਗੇ ਵਾਪਸ ਲਾਈਨਾਂ ਵਗੈਰਾ ਤੁਸੀਂ ਕਿਸੇ ਤਰ੍ਹਾਂ ਦੀ ਗੱਲ ਕਰਨੀ ਤੁਸੀਂ ਕਰ ਸਕਦੇ ਹੋ ਤੇ ਡਾਕਟਰ ਪਾਸ ਤੁਹਾਨੂੰ ਦਿਖਾਣਗੇ ਹੁਣ ਜਾਂ ਇੱਧਰ ਕੈਮਰੇ ਵੱਲ ਕਰੋ ਤੁਸੀਂ ਇੱਧਰ ਹਾਂ ਦੈਟਸ ਇਟ ਸਟ੍ਰੇਟ ਹਾਂ ਇੱਥੇ ਸੌਰੀ let me just get ਦੰਦ this one the white one ਹਾਂ this one okay ਇਹ ਦੰਦ ਨੂੰ ਕੀ ਹੋਇਆ ਸੀਗਾ ਇਹ ਦੰਦ ਫੇਲ ਹੋ ਗਿਆ ਇਹਦੀ ਨਾੜ ਕੱਢੀ ਗਈ ਸੀਗੀ ਇਹਦੇ ਮੈਟਲ ਪੋਸਟ ਪਾਇਆ ਗਿਆ ਸੀਗਾ ਤੇ ਇਹਦੀ ਇਨਫੈਕਸ਼ਨ ਪੈ ਗਈ ਸੀ ਤੇ ਇਹਦਾ ਰੂਟ ਸਪਲਿਟ ਹੋ ਗਿਆ ਸੀਗਾ। ਸੋ ਇਹ ਦੰਦ ਅਸੀਂ ਫਿਰ ਬਚਾ ਨਹੀਂ ਸਕੇ ਇਹ ਦੰਦ ਨੂੰ ਕੁਝ ਨਹੀਂ ਕਰ ਸਕੇ ਇਹਨੂੰ ਕੱਢਣਾ ਪੈ ਗਿਆ ਕੱਢਣਾ ਪੈ ਜਾਂਦਾ ਰਾਈਟ। ਸੋ ਉਸ ਟਾਈਮ ਤੇ ਜਦੋਂ ਇਹ ਦੰਦ ਅਸੀਂ ਕੱਢਿਆ ਨੇ ਫਿਰ ਅਸੀਂ ਇਹ ਪਾਇਆ ਇਹਨੂੰ ਕਹਿੰਦੇ ਆ ਇੰਪਲਾਂਟ ਰਿਟੇਨਡ ਕਰਾਊਨ। ਸੋ ਇਹ ਜਿਹੜਾ ਹਿੱਸਾ ਨੇ ਇਹ ਵਾਲਾ ਇਹ ਉੱਪਰਲਾ ਜਿਹੜਾ ਇਹ ਚਿੱਟਾ ਤੁਹਾਨੂੰ ਦਿਸ ਰਿਹਾ ਇਹ ਹੈਗੀ ਤੁਹਾਡੀ ਹੱਡੀ ਹਾਂ ਹਾਂ ਇਹ ਜਿਹੜਾ ਸਕਰੂ ਤੁਹਾਨੂੰ ਇੱਥੇ ਦਿਸ ਰਿਹਾ ਇਹ ਹੈਗਾ ਨੇ ਇੰਪਲਾਂਟ ਜਿਹੜੀ ਤੁਹਾਡੀ ਜਾੜ ਹੈ ਇਹ ਇੱਥੋਂ ਦੀ ਲੈ ਕੇ ਇਹ ਜਗ੍ਹਾ ਇਹ ਸਾਰੇ ਮਸੂੜੇ ਦੇ ਨੀਚੇ ਹੈ ਇਹ ਤੁਸੀਂ ਦੇਖ ਨਹੀਂ ਸਕਦੇ ਜਿਹੜੀ ਚੀਜ਼ ਤੁਸੀਂ ਦੇਖਦੇ ਹੋ ਉਹ ਇਹ ਚੀਜ਼ ਹੈ ਜਿਹੜਾ ਵਾਈਟ ਵਾਲਾ ਨਾ ਜਿਹੜਾ ਇਹ ਨਿਚਲਾ ਹਿੱਸਾ ਹਾਂ ਹਾਂ ਇਹ ਹੈਗਾ ਨੇ ਕਰਾਊਨ ਜਿਹੜਾ ਤੁਹਾਡੇ ਮੂੰਹ 'ਚ ਦਿਸਦਾ ਹੈ ਜਿਹੜੀ ਜਾੜ ਸੀਗੀ ਇਹ ਦੰਦ ਵਿੱਚ ਇਹ ਐਕਸ-ਰੇ ਦੇ ਵਿੱਚ ਜਿਹੜੀ ਇਹ ਜਾੜ ਸੀਗੀ ਇਹ ਜਾੜ ਇਹ ਸਾਰੀ ਕੱਢੀ ਗਈ ਹੈ ਹਾਂ ਹਾਂ ਸੋ ਹੁਣ ਸਾਨੂੰ ਕੋਈ ਚੀਜ਼ ਚਾਹੀਦੀ ਹੈ ਜਿਹੜੀ ਇਹ ਦੰਦ ਨੂੰ ਫੜ ਕੇ ਰੱਖੇ ਹੱਡੀ ਦੇ ਵਿੱਚ ਉਸ ਟਾਈਮ ਤੇ ਅਸੀਂ ਪਾਈਦਾ ਇੰਪਲਾਂਟ ਜਿਹੜਾ ਇਹ ਇੰਪਲਾਂਟ ਹੈਗਾ ਨੇ। ਪਰ ਜਦੋਂ ਤੁਸੀਂ ਕਰਦੇ ਹੋ ਉਹਨੂੰ ਹੀਲ ਕਰਨ ਦਾ ਤਾਂ ਟਾਈਮ ਚਾਹੀਦਾ ਨਾ ਥੋੜਾ ਟਾਈਮ ਚਾਹੀਦਾ ਉਸ ਟਾਈਮ ਤੇ ਆਰਟੀਫੀਸ਼ੀਅਲ ਡੈਂਚਰ ਪਾਈਦਾ ਅੱਛਾ ਆਰਟੀਫੀਸ਼ੀਅਲ ਡੈਂਟਲ ਹਾਂ ਰਾਈਟ। ਫਿਰ ਇਹ ਹੱਡੀ ਦੇ ਨੀਚੇ ਤੇ ਮਸੂੜੇ ਦੇ ਨੀਚੇ ਹੁੰਦਾ ਨੇ ਹੱਡੀ ਦੇ ਨੀਚੇ ਤੇ ਮਸੂੜੇ ਦੇ ਨੀਚੇ ਇੱਥੇ ਸਟਿਚਸ ਪੈ ਜਾਂਦੇ ਆ। ਸੋ ਸਾਰਾ ਮਸੂੜਿਆਂ ਦੇ ਨੀਚੇ ਤੁਹਾਡਾ ਜਿਹੜੀ ਹੱਡੀ ਹੈਗੀ ਆ ਉਹ ਆਸ-ਪਾਸ ਉੱਗ ਕੇ ਇਹਨੂੰ ਫੜ ਕੇ ਰੱਖਦੀ ਹੈ। ਫਿਰ ਅਸੀਂ ਚੈੱਕ ਕਰੀਦਾ ਵੀ ਇਹ ਠੀਕ ਹੈ ਕਿ ਨਹੀਂ। ਉਸ ਟਾਈਮ ਤੇ ਅਸੀਂ ਫਿਰ ਇਹਨੂੰ ਅੰਦਰੋਂ ਇੱਕ ਸਕਰੂ ਹੁੰਦਾ ਨੇ ਖੋਲ ਕੇ ਇਹ ਦੰਦ ਸਕਰੂ ਕਰ ਦਿੰਦਾ ਉਹਦੇ ਵਿੱਚ। ਕੀ ਬਾਤ ਹੈ ਯਾਰ। ਸੋ ਮੈਂ ਇੱਕ ਹੋਰ ਤੁਹਾਨੂੰ ਐਕਸ-ਰੇ ਦਿਖਾਣਾ ਸੋ ਇੱਕ ਐਕਸ-ਰੇ ਤੁਸੀਂ ਦੇਖੋ ਹੁਣ ਇਹ ਪੇਸ਼ੈਂਟ ਜਿਹੜਾ ਹੈਗਾ ਇਹ ਹੈਗਾ ਨੇ ਉਹਦਾ ਇੰਪਲਾਂਟ ਪਾਇਆ ਹੋਇਆ ਉਹਦੀ ਹੱਡੀ ਵਿੱਚ ਇੱਕ ਇੰਪਲਾਂਟ ਹੈਗਾ ਹਾਂ ਤੇ ਉਹਦੇ ਉੱਤੇ ਇੱਕ ਸਕਰੂ ਪਾਇਆ ਹੋਇਆ। ਹੁਣ ਇਹ ਪੇਸ਼ੈਂਟ ਦੀ ਹੀਲਿੰਗ ਹੋ ਚੁੱਕੀ ਹੈ। ਅਨਫੋਰਚੂਨੇਟਲੀ ਜਿਹੜੀ ਇਹ ਪੇਸ਼ੈਂਟ ਹੈ ਨਾ ਇਹ ਪੇਸ਼ੈਂਟ ਹੈਗੀ ਹੈ ਈਰਾਨ ਤੋਂ ਤੇ ਇਹਦੀ ਫੈਮਿਲੀ ਦਾ ਡੈਂਟਿਸਟ ਹੈਗਾ ਜਿਹਨੇ ਇਹ ਇੰਪਲਾਂਟ ਉਹਦੇ ਉੱਤੇ ਪਲੇਸ ਕੀਤਾ ਸੀਗਾ। ਨੋਰਮਲੀ 3 to 6 ਮੰਥਸ ਦੇ ਬਾਅਦ ਇਹ ਇੰਪਲਾਂਟ ਦੇ ਉੱਤੇ ਕਰਾਊਨ ਪਾ ਦੇਣਾ ਚਾਹੀਦਾ ਬਟ ਇਹਨੂੰ 2 ਸਾਲ ਹੋ ਗਏ ਆ ਕਰੋਨਾ ਕਰਕੇ ਜਾ ਨਹੀਂ ਸਕੀ ਵਾਪਸ ਉੱਥੇ। ਹਾਂਜੀ ਐਂਡ ਦੈਨ ਹੁਣ ਇਹਦਾ ਇੱਕ ਕੰਪਲਿਕੇਸ਼ਨ ਆ ਗਿਆ ਜਿਹੜੀ ਤੁਸੀਂ ਹੁਣ ਜਗ੍ਹਾ ਦੇਖੋ ਆਸ-ਪਾਸ ਤੇ ਜਿਹੜੇ 2 ਦੰਦ ਹੈਗੇ ਆ ਉਹ ਜਗ੍ਹਾ ਹੁਣ ਛੋਟੀ ਹੋ ਗਈ ਹੈ ਕਿਉਂਕਿ ਜਿਹੜੇ ਆਸ-ਪਾਸ ਦੇ ਦੰਦ ਹੈ ਉਹ ਜਗ੍ਹਾ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਹੁਣ ਇਹਦੀ ਥੋੜੀ ਕੰਪਲਿਕੇਸ਼ਨ ਹੋਏਗੀ ਕਿਉਂਕਿ ਉਹ 2 ਦੰਦ ਨੂੰ ਗੈਪ ਖੋਲ ਕੇ ਫਿਰ ਹੀ ਉਹਦੇ ਵਿੱਚ ਇੱਕ ਦੰਦ ਫਿੱਟ ਹੋਏਗਾ ਔਰ ਛੋਟਾ ਦੰਦ ਉਹਦੇ ਵਿੱਚ ਪਾ ਸਕਣਗੇ। ਸੋ ਇਹ ਹੈਗਾ ਨੇ ਸਟੇਜ ਜਦੋਂ ਹੀਲਿੰਗ ਹੋ ਚੁੱਕੀ ਹੈ ਬਟ ਬਿਫੋਰ ਕਰਾਊਨ ਉਹਦੇ ਉੱਤੇ ਫਿਕਸ ਕੀਤਾ ਗਿਆ। ਤੇ ਇਹਦੇ ਤੇ ਉਹ ਡਿਲੇ ਕਰਨਾ ਵੀ ਖਰਾਬ ਹੈ ਦਾ ਮਤਲਬ। ਹਾਂਜੀ ਇੰਪਲਾਂਟ ਸਟਰੋਂਗ ਹੋ ਗਿਆ ਪਰ ਹੁਣ ਇੱਥੇ ਪ੍ਰੋਬਲਮ ਕੀ ਹੈਗੀ ਹੈ ਜਿਹੜੀ ਜਿਹਦੇ ਕਰਾਊਨ ਜਾਣਾ ਨੇ ਨਾ ਉਹ ਕਰਾਊਨ ਵਾਸਤੇ ਜਗ੍ਹਾ ਹੁਣ ਛੋਟੀ ਹੋ ਗਈ ਹੈ।
ਸੋ ਹੁਣ ਉਹਦੇ 'ਚ ਦੰਦ ਜਿਹੜਾ ਪਾਣਾ, ਛੋਟਾ ਜਿਹਾ ਦੰਦ ਪਾਣਾ ਪੈਣਾ, ਜਾਂ ਦੰਦ ਨੂੰ ਪਿੱਛੇ ਕਰਕੇ ਫਿਰ ਉੱਤੇ ਦੰਦ ਫਿੱਟ ਹੋ ਸਕਦਾ ਹੈ। ਕਿਉਂਕਿ ਅਪੀਅਰੈਂਸ ਤੇ ਵੀ ਡਿਪੈਂਡ ਕਰਦਾ ਨੇ ਨਾ, ਸਮਾਈਲ ਦੇ ਉੱਤੇ ਛੋਟਾ ਦੰਦ ਸ਼ੇਪ 'ਚ ਸਾਰਾ ਹੋਣਾ ਚਾਹੀਦਾ ਨੇ। ਓਕੇ, ਹੁਣ ਇਹ ਹੈਗਾ ਨੇ ਮੇਰਾ ਮਾਡਲ, ਜੇ ਤੁਸੀਂ ਦੇਖ ਸਕਦੇ ਹੋ, ਤੇ ਇਹ ਹੈਗਾ ਜਿਹੜਾ ਸਾਡਾ ਇੰਪਲਾਂਟ ਹੈ। ਸੋ ਹੱਡੀ ਦੇ ਵਿੱਚ ਇੰਪਲਾਂਟ ਪਾਇਆ ਹੋਇਆ, ਤੇ ਉੱਪਰ ਇੱਕ ਸਕਰੂ ਹੈਗਾ ਨੇ ਜਿਹੜਾ ਤੁਹਾਡੇ ਮੂੰਹ 'ਚ ਦਿਸਦਾ ਨੇ। ਇਹਦੇ ਉੱਤੇ ਅਸੀਂ ਜਿਸ ਤਰ੍ਹਾਂ ਤੁਹਾਡਾ ਨੋਰਮਲ ਦੰਦ ਦਾ ਜੇ ਅਸੀਂ ਕਰਾਊਨ ਕਰਨਾ ਜਾਂ ਬ੍ਰਿਜ ਕਰਨਾ ਨੇ, ਹਾਂਜੀ, ਇਹਦਾ ਮਾਪਾ ਲੈ ਕੇ ਤੇ ਇਹ ਦੰਦ ਬਣਦਾ ਨੇ ਜਿਹੜਾ ਅਸੀਂ ਇਹਦੇ ਉੱਤੇ ਫਿਕਸ ਕਰ ਦਈਦਾ। ਸੋ ਇਹਨੂੰ ਕਹਿੰਦੇ ਨੇ ਇੰਪਲਾਂਟ ਰਿਟੇਨਡ ਕਰਾਊਨ। ਅੱਛਾ, ਹੁਣ ਜਿਹੜਾ ਦੂਸਰਾ ਹੈਗਾ ਪੇਸ਼ੈਂਟ, ਹੁਣ ਇੱਕ ਹੋਰ ਮੈਨੂੰ ਪੇਸ਼ੈਂਟਸ ਪੁੱਛਦੇ ਨੇ, ਕਹਿੰਦੇ ਯਾਰ ਮੇਰੇ ਤਾਂ ਹੈਗੇ ਆ, ਕੀ ਕਹਿੰਦੇ ਆ, 16 ਉੱਪਰ ਹੈਗੇ ਆ, 16 ਨੀਚੇ ਹੈਗੇ ਆ, ਮੈਨੂੰ 16 ਇੰਪਲਾਂਟ ਚਾਹੀਦੇ ਤੇ 16 ਨੀਚੇ ਚਾਹੀਦੇ। ਨੋ, ਬਹੁਤ ਰਿਸਰਚ ਹੋ ਚੁੱਕਾ, ਕਾਫੀ ਕੰਮ ਇਹ ਚੀਜ਼ ਦੇ ਉੱਤੇ ਹੋ ਚੁੱਕਾ। ਵੱਡੇ ਵੱਡੇ ਹਸਪੀਟਲਸ ਵਿੱਚ ਉਹਨਾਂ ਨੇ ਕਾਫੀ ਐਕਸਪੈਰੀਮੈਂਟਸ ਰਿਸਰਚ ਕੀਤੀ ਹੈ, ਤੇ ਬੈਸਟ ਨਿਕਲਿਆ ਉਹਦੇ ਚੋਂ। ਡਾਕਟਰ ਆਪਾਂ ਥੋੜੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਤੋਂ ਮਾਈਂਡ ਆਪਾਂ ਫਿਰ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। ਪਲੀਜ਼ ਕੀਪ ਵਾਚਿੰਗ, ਬੜਾ ਇੰਟਰਸਟਿੰਗ ਪ੍ਰੋਗਰਾਮ, ਹੋਪ ਤੁਸੀਂ ਸਾਰੇ ਲਾਈਕ ਕਰਦੇ ਹੋਗੇ। ਅਸੀਂ ਬ੍ਰੇਕ ਤੋਂ ਬਾਅਦ ਲਾਣਾ ਖੋਲਾਂਗੇ 0208 571 4279। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਹੈਗਾ ਤੁਹਾਡੇ ਡੈਂਚਰ ਵਗੈਰਾ ਜਾਂ ਇੰਪਲਾਂਟ ਵਗੈਰਾ ਤੁਸੀਂ ਕਰਾਉਣਾ ਚਾਹੁੰਦੇ ਹੋ, ਔਰ ਤੁਸੀਂ ਫੀਲ ਕਰਦੇ ਹੋ ਕਿ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਪਲੀਜ਼ ਕਾਲ ਕਰਕੇ ਤੁਸੀਂ ਡਾਕਟਰ ਨੂੰ ਆਪਣਾ ਸਵਾਲ ਪੁੱਛੋ। ਇੱਦਾਂ ਦੇ ਜਿਹੜੇ ਸਾਡੇ ਡਾਕਟਰ ਨੇ ਬੜੀ ਮੁਸ਼ਕਲ ਮਿਲਦੇ ਨੇ, ਇੱਥੋਂ ਮੁਫਤ ਤੁਹਾਨੂੰ ਅਕਾਲ ਚੈਨਲ 'ਤੇ ਐਡਵਾਈਸ ਮਿਲਦੀ ਹੈ। ਪਲੀਜ਼ ਬਹੁਤੀ ਦੂਰ ਨਾ ਜਾਣਾ, ਅਸੀਂ ਥੋੜ੍ਹੀ ਜਿਹੀ ਆਪਣੇ ਵਾਪਸ ਆਉਂਦੇ ਹਾਂ, ਪ੍ਰੋਗਰਾਮ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸੈਕਿੰਡ ਪਾਰਟ, ਅਗਰ ਤੁਸੀਂ ਹੁਣੀ ਦੇਖਣਾ ਸ਼ੁਰੂ ਕੀਤਾ, ਅਗਰ ਡਾਕਟਰ ਕਪੂਰ an expert in the dental care ਦੇ ਵਿੱਚ ਜਾਂ dental implant, it's very complicated, or doctor is trying his best ਕਿ simplified ਦੇ ਨਾਲ ਤੁਹਾਨੂੰ explain ਕਰੇ, otherwise quite complicated। ਅਸੀਂ ਮੈਂ ਡਾਕਟਰ ਨਾਲ ਗੱਲ ਕਰਨ ਤੋਂ ਪਹਿਲਾਂ ਡਾਕਟਰ ਜੀ ਪਹਿਲਾਂ ਕਾਲ ਲੈ ਲਈ ਆਪਾਂ। ਹਾਂਜੀ ਪਲੀਜ਼। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਪਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਕੌਣ ਬੋਲਦੇ? ਸੌਰੀ ਮੈਂ ਆਵਾਜ਼ ਨਹੀਂ ਪਛਾਣੀ। ਮੈਂ ਦੇਸਰਾਜ ਬੋਲਦਾ ਭਾਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ, ਥੈਂਕ ਯੂ। ਕੀ ਕਹਿਣਾ ਚਾਹੁੰਦੇ ਹੋ? ਮੈਂ ਡਾਕਟਰ ਹੋਣਾ ਨੂੰ ਪੁੱਛਣਾ, ਨਾਲੇ ਡਾਕਟਰ ਹੋਣਾ ਇੱਥੇ ਨੇੜੇ ਹੈ ਤੁਹਾਡੇ? ਹਾਂਜੀ, ਤੁਸੀਂ ਗੱਲ ਕਰੋ, ਸੁਣ ਮੇਰੇ ਨਾਲ ਕਿ ਮੇਰੇ ਕੋਲ ਬੈਠੇ ਨੇ ਉਹ। ਅੱਛਾ ਡਾਕਟਰ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਤੇ ਮੈਂ ਤੁਹਾਨੂੰ ਪੁੱਛਣਾ ਸੀ, ਜਿਹੜਾ ਤੁਸੀਂ ਇੰਪਲਾਂਟ ਦੀ ਜਾਨੀ ਕਿ ਡਿਸਕ੍ਰਿਪਸ਼ਨ ਤੇ ਡਿਟੇਲਸ ਦਿੱਤੀ ਆ, ਵੈਰੀ ਇੰਪੋਰਟੈਂਟ ਐਂਡ ਵੈਰੀ ਪ੍ਰੀਸਾਈਜ਼। ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜੇ ਇੰਪਲਾਂਟ ਜਦੋਂ ਲੱਗ ਜਾਂਦੇ ਆ, ਇਹਨਾਂ ਦੇ ਆਫਟਰਵਰਡ ਜਾਨੀ ਕਿ ਕੰਪਲਿਕੇਸ਼ਨ ਕਿਹੜੀਆਂ ਕਿਹੜੀਆਂ ਹੁੰਦੀਆਂ? ਇੱਕ ਦੂਸਰਾ, ਇਹ ਜਿਸ ਵੇਲੇ ਤੁਸੀਂ 3 ਦੰਦਾਂ ਦਾ ਸੈੱਟ ਲਾਉਂਦੇ ਹੋ ਜਾਂ 4 ਦੰਦਾਂ ਦਾ ਸੈੱਟ ਲਾਉਂਦੇ ਹੋ, ਜਾਂ ਕਿੰਨੇ ਉਹਦੀ ਕਾਸਟਿੰਗ ਕੀ ਹੋ ਜਾਂਦੀ ਹੈ ਤਕਰੀਬਨ? ਠੀਕ ਹੈ ਦੇਸਰਾਜ ਜੀ, ਕੁਝ ਹੋਰ ਤਾਂ ਨਹੀਂ ਸਵਾਲ ਪੁੱਛਣਾ? ਨਹੀਂ, ਦੋ ਹੀ ਹੈ। ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਇੱਕ ਮੈਂ ਪਹਿਲਾਂ ਇੱਕ ਮੇਰੇ ਵੱਲੋਂ ਜਵਾਬ ਦੇ ਦੇਣਾ ਭਾਜੀ, ਆਫਕਮ ਦੇ ਰੈਗੂਲੇਸ਼ਨ ਕਰਕੇ ਅਸੀਂ ਕਾਸਟਿੰਗ ਦੀ ਗੱਲ ਕਰ ਸਕਦੇ, ਬਾਕੀ ਥੋੜੀ ਸਾਰੀ ਜਿਹੜੇ ਤੁਸੀਂ ਸਵਾਲ ਪੁੱਛੇ ਉਹਦਾ ਜਵਾਬ ਦੇਵਾਂਗੇ। ਇਨਫੈਕਟ ਇਹ ਮੇਰੇ ਸਵਾਲ ਸੀਗੇ, ਤੁਸੀਂ ਪਹਿਲਾਂ ਪੁੱਛ ਲਿਆ, ਅੱਛਾ ਕੀਤਾ, ਥੈਂਕ ਯੂ, ਬਹੁਤ ਮਿਹਰਬਾਨੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਪਤਾ ਕਿ ਮੈਂ ਵੀ ਗੱਲ ਕਰਨੀ ਸੀ, ਕਿਉਂਕਿ ਤੁਸੀਂ ਹਾਲੇ ਕਾਫੀ ਗੱਲਾਂ ਕਰ ਰਹੇ ਸੀ, ਮੈਂ ਕਿਹਾ ਟੂਵਰਡਸ ਦੇ ਹਾਫ ਕਰਾਂਗੇ, ਕਿਉਂਕਿ ਉਹਦੇ ਮੈਂ ਸਾਈਡ ਇਫੈਕਟ ਦਾ ਪਤਾ ਕਰਨਾ, ਉਹਦੀ ਕੰਪਲਿਕੇਸ਼ਨ ਕੀ ਹੋ ਸਕਦੀ ਉਹਦਾ ਪਤਾ ਕਰਨਾ ਸੀ। ਪਹਿਲਾਂ ਤੁਸੀਂ ਇਹਨਾਂ ਦਾ ਜਵਾਬ ਦੇ ਦਿਓ। ਹਾਂਜੀ, ਮਿਸਟਰ ਦੇਸਰਾਜ ਜੀ, ਸਤਿ ਸ਼੍ਰੀ ਅਕਾਲ। ਸਾਡੇ ਮਿਸਟਰ ਦੇਸਰਾਜ ਸਾਨੂੰ ਜਾਣਦੇ ਨੇ ਅੱਛੇ। ਅੱਛਾ, ਜਾਣਦੇ ਨੇ, ਬਹੁਤ ਅੱਛੇ, ਸਾਡੇ ਬਹੁਤ ਕਰੀਬ ਬੰਦੇ ਨੇ। ਵੈਰੀ ਨਾਈਸ। ਸੋ ਦੇਸਰਾਜ ਜੀ, ਜਿਹੜਾ ਇੰਪਲਾਂਟ ਹੁੰਦਾ ਨੇ ਨਾ, ਕੋਈ ਵੀ ਨਕਲੀ ਚੀਜ਼, ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ, ਜਿਹੜਾ ਸਰੀਰ 'ਚ ਪਾਈ ਜਾ ਸਕਦੀ ਹੈ, ਉਹ ਸ਼ਾਇਦ ਤੁਹਾਡਾ ਸਰੀਰ ਹੈਗਾ ਉਹਨੂੰ ਐਕਸੈਪਟ ਕਰ ਲਏ ਜਾਂ ਉਹਨੂੰ ਰਿਜੈਕਟ ਕਰ ਲਏ। ਮੋਸਟਲੀ ਜਿਹੜੇ ਇੰਪਲਾਂਟਸ ਹੁੰਦੇ ਨੇ ਉਹ ਸਰੀਰ ਐਕਸੈਪਟ ਕਰ ਲੈਂਦਾ ਹੈ, ਪਰ ਕਈ ਕੰਡੀਸ਼ਨਸ ਪਿੱਛੇ ਆਈਦਰ ਇਨਫੈਕਸ਼ਨ, ਆਈਦਰ ਉਹ ਸਰੀਰ ਉਹਨੂੰ ਐਕਸੈਪਟ ਨਹੀਂ ਕਰਦਾ, ਤੇ ਉਹ ਇੰਪਲਾਂਟ ਉਸ ਟਾਈਮ 'ਤੇ ਰਿਜੈਕਟ ਹੋ ਜਾਂਦਾ ਨੇ। ਸੋ ਬਾਡੀ ਉਹਨੂੰ ਐਕਸੈਪਟ ਨਹੀਂ ਕਰਦੀ, ਜਿਹੜੀ ਹੱਡੀ ਇੰਪਲਾਂਟ ਦੇ ਨਾਲ ਜੁੜਦੀ ਨਹੀਂ ਹੈ, ਤੇ ਇੰਪਲਾਂਟ ਫਿਰ ਉਹ ਜੰਮਦਾ ਨਹੀਂ ਹੈ ਹੱਡੀ ਦੇ ਵਿੱਚ। ਪ੍ਰੋਬਬਲੀ ਬੈਸਟ ਅਦਰ ਡਿਸਕ੍ਰਿਪਸ਼ਨ ਹੈਗਾ ਵੀ ਉਹ ਇੰਪਲਾਂਟ ਹੱਡੀ ਵਿੱਚ ਜੰਮਦਾ ਨਹੀਂ ਹੈ। ਪਰ ਤੁਸੀਂ ਬਿਫੋਰ ਯੂ ਕੈਰੀ ਔਨ, ਤੁਸੀਂ ਪਹਿਲਾਂ ਟੈਸਟ ਤਾਂ ਕਰਦੇ ਹੋ ਨਾ ਕਿ ਹੋ ਸਕਦਾ ਕਿ ਨਹੀਂ ਹੋ ਸਕਦਾ? ਹਾਂਜੀ, ਇਸ ਕਰਕੇ ਨਾਰਮਲੀ ਅਸੀਂ 3 ਮਹੀਨੇ ਵੇਟ ਕਰੀਦੀ ਹੈ ਵੀ ਹੱਡੀ ਇੰਪਲਾਂਟ ਦੇ ਨਾਲ ਜੁਆਇਨ ਕਰਕੇ ਮਾਫਿਕ ਹੋ ਜਾਏ। ਜਦੋਂ ਉਹ ਅਸੀਂ ਫਿਰ ਟੋਰਕ ਰੈਂਚਸ ਦੇ ਨਾਲ
ਅਸੀਂ ਚੈੱਕ ਕਰਨੀ ਆ ਵੀ ਉਹ ਇੰਪਲਾਂਟ ਸਖਤ ਇਨਫ ਹੋ ਗਿਆ ਹੱਡੀ ਦੇ ਵਿੱਚ ਵੀ ਉਹਦੇ ਉੱਤੇ ਅਸੀਂ ਉਹਨੂੰ ਦੰਦ ਜੋੜ ਸਕੀਏ। ਸਟਰੋਂਗ ਇਨਫ ਹੈ। ਹਾਂ, ਉਹ ਜੇ ਸਾਨੂੰ ਲੱਗਦਾ ਉਹ ਨਹੀਂ ਹੈਗਾ ਫਿਰ ਅਸੀਂ ਉਹਨੂੰ 3 ਹੋਰ ਮਹੀਨਿਆਂ ਛੋੜ ਦਿੰਦੇ ਆ ਟੂ ਗਿਵ ਦ ਮੈਕਸਿਮਮ ਚਾਂਸ ਫॉर ਦੀ ਹੱਡੀ ਨੂੰ ਇੰਪਲਾਂਟ ਦੇ ਨਾਲ ਜੁੜ ਜਾਏ। ਅੱਛਾ, ਜੇ ਇਹਨੂੰ ਸਾਰਾ ਕੁਝ ਹੋ ਸਕਦਾ ਹੋਵੇ ਤੇ ਹੋਰ ਕੋਈ ਕੰਪਲਿਕੇਸ਼ਨ ਹੋ ਸਕਦੀ ਹੈ ਜਦ ਤੁਸੀਂ ਕਲੀਅਰ ਗ੍ਰੀਨ ਲਾਈਟ ਦੇ ਦਿੱਤੀ ਹੈ ਹਾਂਜੀ, ਕਿ ਇੰਪਲਾਂਟ ਹੋਆ? ਹਾਂ, ਫਿਰ ਉਸ ਟਾਈਮ ਤੇ ਅਸੀਂ ਇੰਪਲਾਂਟ ਫਿਟ ਕਰ ਦਿੱਤਾ। ਜਿਹੜਾ ਦੇਸਰਾਜ ਜੀ ਤੁਸੀਂ ਪੁੱਛ ਰਹੇ ਸੀਗੇ ਵੀ ਜੇ 4 ਦੰਦ ਮਿਸਿੰਗ ਹੈਗੇ ਆ ਤੇ ਉਹਦਾ ਸਿਚੁਏਸ਼ਨ ਕੀ ਹੈਗਾ। ਜਿਹੜਾ ਸਾਡਾ ਜਨਰਲ ਰੂਲ ਇਹ ਹੈਗਾ ਵੀ ਇੱਕ ਇੰਪਲਾਂਟ 2 ਦੰਦਾਂ ਨੂੰ ਫੜ ਕੇ ਰੱਖ ਸਕਦਾ। ਅੱਛਾ, ਇੱਕ ਇੰਪਲਾਂਟ 2 ਦੰਦਾਂ ਨੂੰ, ਰਾਈਟ, ਇਹ ਹੈਗਾ ਸਾਡਾ ਐਵਰੇਜ। ਤੇ ਜਨਰਲੀ ਜਿਹੜਾ ਅਪਰ ਜੋ ਹੈਗਾ, ਜੇ ਸਾਰੇ ਦੰਦ ਤੁਸੀਂ ਚੇਂਜ ਕਰਾ, ਜੇ ਸਾਰੇ ਦੰਦ ਫਿਟ ਕਰਨੇ ਨੇ, ਨੋਰਮਲੀ ਅਸੀਂ 6 ਇੰਪਲਾਂਟ ਪਾਈਦੇ ਆ ਅਪਰ ਜੋ ਦੇ ਵਿੱਚ। ਤੇ ਜਿਹੜੀ ਹੱਡੀ ਲੋਅਰ ਜੋ ਹੈਗੀ ਹੈ ਉਹ ਬਹੁਤ ਸਖਤ ਤੇ ਮਜ਼ਬੂਤ ਹੱਡੀ ਹੈ। ਸੋ ਜਨਰਲੀ ਜਿਹੜਾ ਲੋਅਰ ਜੋ ਹੈਗਾ ਅਸੀਂ ਉਹਦੇ 'ਚ 4 ਇੰਪਲਾਂਟ ਪਾਈਦੇ ਨੇ। ਉੱਪਰ 6 ਤੇ ਨੀਚੇ 4। ਹਾਂਜੀ, ਕਿਉਂਕਿ ਜਿਹੜੀ ਉੱਪਰਲੀ ਹੱਡੀ ਹੈ ਨਾ ਉਹ ਕਾਫੀ ਸੌਫਟ ਹੈ। ਬੜੀ ਨੌਲੇਜ ਵਾਲੀ ਗੱਲ ਹੈ। ਪਲੀਜ਼ ਮੈਂ ਆਪਣੇ ਡਾਕਟਰ ਸਾਹਿਬ ਨੂੰ ਫਿਰ ਪੁੱਛਾਂਗਾ। ਉੱਪਰ ਉਹਨਾਂ ਨੇ 6 ਕਿਹਾ, ਥੱਲੇ 4 ਕਿਹਾ ਹੈ, ਪਰ ਕਈਆਂ ਦੇ ਵਿੱਚ ਉੱਪਰ ਬਹੁਤ ਜ਼ਿਆਦਾ 8-10 ਵੀ ਲਗਾ ਦਿੰਦੇ ਨੇ। ਮੈਂ ਹੁਣ ਤੁਹਾਨੂੰ ਨਾ ਇੱਕ ਹੋਰ ਮੇਰਾ ਪੇਸ਼ੈਂਟ ਹੈਗੇ ਨੇ ਜਿਹੜੀ ਮੈਂ ਐਕਸਰੇ ਤੁਹਾਨੂੰ ਦਿਖਾਉਣ ਲੱਗਾ। ਸੋ ਜਦੋਂ ਪਹਿਲਾਂ ਆਈ ਸੀਗੇ ਮੇਰੇ ਕੋਲ, ਆਈ ਸੀਗੇ 213 ਵਿੱਚ, ਤੇ ਉਹਨਾਂ ਦੇ ਦੰਦ ਉਸ ਟਾਈਮ ਤੇ ਐਦਾਂ ਸੀਗੇ, ਟੁੱਟੇ ਫੁੱਟੇ ਜੇ ਇੱਕਦਮ। ਹਾਂ, ਓਕੇ। ਤੇ ਇਹ ਗਏ ਸੀਗੇ ਡੈਂਟਿਸਟ ਦੇ ਕੋਲ, ਤੇ ਡੈਂਟਿਸਟ ਨੇ ਉਹਨੂੰ ਕਿਹਾ ਵੀ ਤੇਰੇ ਕੋਈ ਵੀ ਦੰਦ ਰੱਖਣੇ ਅੱਛੀ ਗੱਲ ਨਹੀਂ ਹੈ, ਇਹ ਸਾਰੇ ਦੰਦ ਕੱਢ ਕੇ ਤੇ ਅਸੀਂ ਤੁਹਾਨੂੰ ਇੰਪਲਾਂਟਸ ਲਾਣੇ ਆ ਜਿਹਦੇ ਉੱਤੇ ਤੁਹਾਡੇ ਦੰਦ ਬੈਠਣਗੇ। ਠੀਕ ਹੈ। ਜਦੋਂ ਉਹ ਵਾਪਸ ਆਏ ਮੇਰੇ ਕੋਲ, ਇਹ ਸੀਗਾ ਉਹਨਾਂ ਦਾ ਪਿਕਚਰ। ਹੁਣ ਜੇ ਤੁਸੀਂ ਇਹ ਐਕਸਰੇ ਦੇਖੋ, ਇਹਦੇ 'ਚ 1 2 3 4 5 6 7 8 9 10 ਇੰਪਲਾਂਟ ਉੱਪਰ ਲੱਗੇ ਹੋਏ ਆ। ਓ ਮਾਈ ਗॉड। 1 2 3 4 5 6 7 8 9 ਇੰਪਲਾਂਟ ਲੱਗੇ ਹੋਏ ਆ ਲੋਅਰ ਜੋ ਦੇ ਵਿੱਚ। ਲੋਅਰ ਜੋ ਦੇ ਵਿੱਚ। ਹੁਣ ਇਹ ਜਿਹੜੇ ਇੰਪਲਾਂਟ ਹੈਗੇ ਨੇ ਸਾਈਡ ਦੇ ਵਾਲੇ, ਇਹਨੂੰ ਅਸੀਂ ਕਹਿੰਦੇ ਆ ਜ਼ਾਈਗੋਮੈਟਿਕ ਇੰਪਲਾਂਟਸ। ਇਹ ਜਿਹੜਾ ਇਹ ਕੰਮ ਕੀਤਾ ਹੋਇਆ ਨੇ ਨਾ, ਇਹ ਬਹੁਤ ਕੰਪਲਿਕੇਟਡ ਤੇ ਹਾਈ ਸਰਜਨ ਦਾ ਕੰਮ ਹੈ। ਬਟ ਇਸ ਕੰਟਰੀ ਵਿੱਚ ਅਸੀਂ ਐਦਾਂ ਦਾ ਕੰਮ ਨਹੀਂ ਕਰਦੇ ਬੰਦਿਆਂ ਵਾਸਤੇ। ਤੇ ਹੁਣ ਮੈਨੂੰ ਇਹ ਪੇਸ਼ੈਂਟ ਜਿਹੜਾ ਹੈਗਾ ਨੇ, ਇਹਨੇ ਇਸ ਮੁਲਕ 'ਚ ਨਹੀਂ ਕਰਾਈ, ਇਹਨੇ ਬਾਹਰੋਂ ਕਰਾ ਕੇ ਆਇਆ। ਹੁਣ ਇਹ ਪੇਸ਼ੈਂਟ ਨੂੰ ਪ੍ਰੋਬਲਮ ਹੈ, ਜਦੋਂ ਇਹ ਕਰਾ ਕੇ ਆਇਆ ਵਾ 10 ਸਾਲ ਨਿਕਲ ਗਿਆ, ਕੰਮ ਤਾਂ ਅੱਛਾ ਨੇ, ਵੈਰੀ ਨਾਈਸ ਵਰਕ, ਪਰ ਹੁਣ 10 ਸਾਲ ਨਿਕਲ ਗਿਆ, ਹੁਣ ਉਹਨੂੰ ਪ੍ਰੋਬਲਮ ਖੜੀ ਹੋ ਰਹੀ ਹੈ। ਜਿਹੜੀ ਉਹਨੂੰ ਪ੍ਰੋਬਲਮ ਖੜੀ ਹੋ ਰਹੀ ਹੈ, ਇੱਕ ਇੰਪਲਾਂਟ ਵਿੱਚ ਉਹਨੂੰ ਇਨਫੈਕਸ਼ਨ ਆ ਰਹੀ ਹੈ ਹੱਡੀ ਦੇ ਵਿੱਚ। ਹਾਂਜੀ, ਸੋ ਇਹ ਬੰਦੇ ਦੀ ਹੁਣ ਜਿਹੜੀ ਟ੍ਰੀਟਮੈਂਟ ਹੈਗੀ ਹੈ, ਇਹ ਸਾਰੇ ਇਕੱਠੇ ਜੁੜੇ ਹੋਏ ਨੇ। ਇਹ ਬੰਦੇ ਦੀ ਉਮਰ ਹੁਣ ਆਲਮੋਸਟ 90 ਇਅਰਸ 올ਡ ਹੋ ਗਈ ਹੈ। ਤੇ ਇਹਦਾ ਜਿਹੜਾ ਪ੍ਰੋਸੀਜਰ, ਇਹਨੂੰ ਜੇ ਸਮਝ ਲਓ ਇਹਦੇ ਇੰਪਲਾਂਟ ਸਾਨੂੰ ਕੱਢਣੇ ਪੈ ਗਏ, ਇਹ ਬੰਦੇ ਦੀ ਲਾਈਫ ਤੇ ਹੈਲਥ ਵਾਸਤੇ ਬਹੁਤ ਵੱਡੀ ਰਿਸਕ ਹੈ। ਸੋ ਇੱਦਾਂ ਦਾ ਪਾਰਾ ਆਪਰੇਸ਼ਨ 90 ਪਲੱਸ ਏਜ ਵਿੱਚ ਹਾਂਜੀ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਨੇ। ਪਰ ਉਹ ਜਿਹੜੀ ਉਹਦੀ ਇਨਫੈਕਸ਼ਨ ਉਹ ਕਿਉਂ ਹੋਈ ਹੈ? ਇਨਫੈਕਸ਼ਨ ਹੋਈ ਹੈ ਕਿਉਂਕਿ ਅੰਦਰ ਜਾ ਕੇ ਇੰਪਲਾਂਟ ਇਨਫੈਕਸ਼ਨ ਸੀਗੀ, ਉਹ ਸਲੋਲੀ ਵੱਧਦੀ ਗਈ ਹੈ। ਸ਼ਾਇਦ ਉਹਨੇ ਜਿਹੜਾ ਕੇਅਰ ਚੀਜ਼ਾ ਸੀਗਾ ਇੰਨਾ ਅੱਛਾ ਉਹਨੇ ਕੇਅਰ ਕੀਤਾ ਨਹੀਂ, ਸੋ ਹੱਡੀ ਤੇ ਇੰਪਲਾਂਟ ਦੀ ਜਿਹੜੀ ਜੰਕਸ਼ਨ ਇਨਫੈਕਸ਼ਨ ਪੈ ਗਈ ਹੈ। ਜਦੋਂ ਮੈਂ ਤੁਹਾਨੂੰ ਕਿਹਾ ਸੀਗਾ, ਸ਼ੁਰੂਆਤ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜਾ ਇੰਪਲਾਂਟ ਦੀ ਸਸੈਪਟੇਬਿਲਿਟੀ ਇਨਫੈਕਸ਼ਨ ਦੇ ਉੱਤੇ ਹੈਗੀ ਹੈ, ਇਟਸ ਐਟਲੀਸਟ ਜੇ ਤੁਸੀਂ ਉਹਨੂੰ ਅੱਛੀ ਨਾਲ ਦੇਖਭਾਲ ਨਾ ਕਰੋ। ਮੈਨੂੰ ਪੇਸ਼ੈਂਟਸ ਹੈਗੇ ਜਿਨ੍ਹਾਂ ਨੇ ਹਾਲੀ ਸਟਰੀਟ ਵਿੱਚ ਜਾ ਕੇ ਇੰਪਲਾਂਟਸ ਫਿਟ ਕੀਤੇ ਹੈ, ਵਿਦਿਨ 4 ਇਅਰਸ ਇਹਨਾਂ ਦੇ ਇੰਪਲਾਂਟਸ ਰਿਜੈਕਟ ਹੋ ਗਏ ਹੈ। ਨੈਗਲੀਜੈਂਸ ਕਰਕੇ? ਹਾਂਜੀ, ਨੈਗਲੀਜੈਂਸ ਕਰਕੇ ਕਿ ਲੋਟ ਆਫ ਇਟ ਇਜ਼ ਟੂ ਡੂ ਵਿਦ ਦੈਟ। ਜਿਹੜੀ ਕੇਅਰ ਹੈ ਨਾ, ਜਿਹੜੀ ਹੱਡੀ ਤੁਹਾਡੇ ਦੰਦਾਂ ਦੇ ਆਸ-ਪਾਸ ਜਿਹੜੀ ਜਾਂਦੀ ਹੈ, ਉਹ 20 to 50 ਟਾਈਮਸ ਲੈਸ ਜਾਂਦੀ ਹੈ ਐਂਡ ਲੈਸ ਸਲੋਲੀ ਜਾਂਦੀ ਹੈ ਇੰਪਲਾਂਟਸ ਨੂੰ। ਜੇ ਤੁਸੀਂ ਇੰਪਲਾਂਟ ਨੂੰ ਕੰਪੇਅਰ ਕਰੋ, ਜਿਹੜਾ ਇੰਪਲਾਂਟ ਦੀ ਸਸੈਪਟੇਬਿਲਿਟੀ ਹੈਗੀ ਹੈ, ਇਟਸ ਮਚ ਹਾਇਰ ਟੂ ਬੋਨ ਲਾਸ ਦੈਨ ਯੂਰ ਓਨ ਟੀਥ ਆ। ਸੋ ਜਿਹੜਾ ਇੰਪਲਾਂਟ ਹੈਗਾ ਨੇ, ਜੇ ਤੁਸੀਂ ਉਹਦਾ ਅੱਛੇ ਨਾਲ ਖਿਆਲ ਨਾ ਰੱਖੋ, ਸਫਾਈ ਹੈ, ਸਫਾਈ ਹਮੇਸ਼ਾ ਮੈਂ ਇੱਥੇ ਆਉਂਦਾ, ਮੈਂ ਸਾਰਿਆਂ ਨੂੰ ਕਹਿੰਦਾ ਸਫਾਈ। ਹਾਂਜੀ, ਜਿਹੜੇ ਇੰਪਲਾਂਟ ਦੇ ਆਸ-ਪਾਸ ਸਫਾਈ ਨਾ ਕਰੋ ਪ੍ਰੋਪਰਲੀ, ਪ੍ਰੋਫੈਸ਼ਨਲੀ ਉਹਨੂੰ ਸਫਾਈ ਨਾ ਕਰੋ, ਰੈਗੂਲਰ ਇਹਨਾਂ ਦੀ ਚੈੱਕਅਪਸ ਨਾ ਕਰੋ, ਫਿਰ ਕੀ ਹੁੰਦਾ ਨੇ, ਜਿਹੜਾ ਹੱਡੀ ਦਾ ਜੰਕਸ਼ਨ ਹੈ
ਇੰਪਲਾਂਟ ਦੇ ਨਾਲ, ਉਹ ਹੱਡੀ ਖਾਧੀ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇੰਪਲਾਂਟਾਈਟਿਸ। ਇਵੈਂਚੁਅਲੀ ਇਨਫ ਹੱਡੀ ਚਲੇ ਗਈ, ਹੱਡੀ ਜਿਹੜੀ ਇੰਪਲਾਂਟ ਦਾ ਸਾਰਾ ਸਟਰਕਚਰ ਚਲਾ ਗਿਆ, ਉਹ ਫਿਰ ਇੰਪਲਾਂਟ ਹਿੱਲਣ ਲੱਗ ਜਾਂਦਾ। ਇਹਦੀ ਉਹਦਾ ਜੇ ਤੁਸੀਂ ਪ੍ਰੋਪਰ ਕੇਅਰ ਕਰਦੇ ਹੋ ਜਿੱਦਾਂ ਤੁਸੀਂ ਕਹਿੰਦੇ ਹੋ ਹਾਂਜੀ। 100% the way you're supposed to do it, They work. ਉਹਦੀ ਲਾਈਫ ਕੀ ਹੈ? I've known patients 25 years, 25 ਸਾਲ ਤਾਂ ਹੈਗੇ ਹੀ ਹੈ। ਪਰ ਜੇ ਤੁਸੀਂ ਨੈਚੁਰਲ ਟੀਥ ਦੇ ਨਾਲ ਇਹ ਚੀਜ਼ ਨੂੰ ਕੰਪੇਅਰ ਕਰੋ, ਰਾਈਟ, ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂਆਤ 'ਚ ਮੈਂ ਕਿਹਾ ਸੀਗਾ, 6 ਸਾਲ ਤੋਂ ਲੈ ਕੇ 80 ਸਾਲਾਂ ਤੱਕ ਉਹ ਦੰਦ ਤੁਹਾਡੇ ਮੂੰਹ 'ਚ ਰਹਿ ਸਕਦਾ ਹੈ ਜੇ ਤੁਸੀਂ ਉਹਦੀ ਅੱਛੀ ਰੀਤ ਨਾਲ ਦੇਖਭਾਲ ਕਰੋ, ਅਪ ਟੂ ਦ ਪੁਆਇੰਟ ਯੂ ਡਾਈ। ਅੱਛਾ, ਦੂਸਰੀ ਗੱਲ ਹੈ ਕਈ ਦਫਾ ਤੁਸੀਂ ਦੱਸਿਆ ਸੀ ਵਿੱਚ ਉਸ ਗੱਲ ਦੇ, ਕਈ ਦਫਾ ਤੁਹਾਨੂੰ ਸਾਰੀ ਦੰਦ ਕਢਾਉਣ ਦੀ ਲੋੜ ਨਹੀਂ ਹੈ, ਉੱਥੇ ਇੰਪਲਾਂਟ ਲੱਗ ਸਕਦੇ ਨੇ, ਉਹਦੀ ਸਪੋਰਟ ਮਿਲ ਜਾਂਦੀ ਹੈ। ਕਈ ਦਫਾ ਤੁਸੀਂ ਉਹ ਵੀ ਦੱਸ ਕੇ ਕਿ ਉਹਨੇ ਕਿਹਾ ਕਿ ਨਹੀਂ ਤੇਰੇ ਸਾਰੇ ਕੱਢਣੇ ਪੈਣੇ, ਇਟਸ ਬਿਕੋਜ਼ ਉਹਦਾ ਸਟਰਕਚਰ ਸਾਰਾ ਵੀਕ ਸੀਗਾ। ਨਹੀਂ, ਇਹਦੇ ਬਾਰੇ ਵੀ ਮੈਂ ਤੁਹਾਨੂੰ ਐਕਸਪਲੇਨ ਕਰਨਾ। ਜਦੋਂ ਕੀੜਾ ਲੱਗ ਜਾਂਦਾ ਨੇ ਨਾ ਮਾਊਥ ਵਿੱਚ, ਜਿਹੜਾ ਹੱਡੀ ਨੂੰ ਖਾਣ ਲੱਗ ਜਾਂਦਾ ਨੇ, ਉਹ ਬਹੁਤ ਸਖਤ ਕੀੜਾ ਹੁੰਦਾ ਨੇ, ਤੇ ਉਹ ਕੀੜਾ ਜੇ ਤੁਸੀਂ ਉਹਨੂੰ ਕੰਟਰੋਲ 'ਚ ਨਾ ਰੱਖ ਸਕੇ ਤੇ ਉਸ ਟਾਈਮ ਤੇ ਤੁਸੀਂ ਇੰਪਲਾਂਟ ਪਾਏ, ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜਾ ਤੁਹਾਡਾ ਇੰਪਲਾਂਟ ਹੈ, ਇਟਸ ਮਚ ਮੋਰ ਸਸੈਪਟੇਬਲ ਟੂ ਇਨਫੈਕਸ਼ਨ ਦੈਨ ਯੂਰ ਓਨ ਟੀਥ। ਕਈ ਟਾਈਮ ਆ ਜਾਂਦਾ ਹੈ ਵੀ ਜਿਹੜੀ ਇਨਫੈਕਸ਼ਨ ਮਾਊਥ ਦੇ ਵਿੱਚ ਹੈਗੀ ਹੈ, ਉਹਨੂੰ ਬੰਦਾ ਕੰਟਰੋਲ 'ਚ ਰੱਖ ਨਹੀਂ ਸਕਦਾ, ਤੇ ਜਿਹੜਾ ਕੀੜਾ ਉਹ ਦੰਦਾਂ ਦੇ ਉੱਤੇ ਜੰਮਿਆ ਹੋਇਆ ਹੈ, ਜਿਹੜਾ ਹੱਡੀ ਖਾ ਰਿਹਾ ਹੈ, ਉਹ ਕੀੜਾ ਉਸ ਕਰਕੇ ਜੀ ਰਿਹਾ ਹੈ, ਉਹ ਦੰਦਾਂ ਕਰਕੇ। ਸੋ ਉਸ ਟਾਈਮ ਤੇ ਡਿਸੀਜਨ ਅਸੀਂ ਬਣਾ ਲੈਂਦੇ ਹਾਂ ਪੇਸ਼ੈਂਟ ਦੇ ਨਾਲ ਕੰਸਲਟ ਕਰਕੇ, ਚੈਕਿੰਗ ਕਰਕੇ, ਸਭ ਕੁਝ ਚੈੱਕ ਕਰਕੇ, ਵੀ ਪ੍ਰੋਬੇਬਲੀ ਬੈਸਟ ਚੀਜ਼ ਆ ਗਈ ਹੈ, ਵੀ ਜਿਹੜੇ ਤੇਰੇ ਹੁਣ ਦੰਦ ਦੀ ਲਾਈਫ ਐਕਸਪੈਕਟੈਂਸੀ ਹੈਗੀ ਹੈ, ਉਹ ਹੁਣ ਹੈਗੀ ਨਹੀਂ ਹੈ। ਸੋ ਫॉर द ਸੇਕ ਆਫ ਸਕਸੈਸ ਆਫ ਯੋਰ ਟ੍ਰੀਟਮੈਂਟ, ਹਾਂਜੀ, ਇਟਸ ਪ੍ਰੋਬੇਬਲੀ ਬੈਸਟ ਵੀ ਤੇਰੇ ਸਾਰੇ ਦੰਦ ਕੱਢੇ ਜਾਏ ਤੇ ਫਿਰ ਇੰਪਲਾਂਟਸ ਦੇ ਉੱਤੇ ਤੁਹਾਡਾ ਡੈਂਚਰ ਫਿਟ ਕਰਿਆ ਜਾਏ ਜਾਂ ਕਰਾਊਨ ਜਾਂ ਬ੍ਰਿਜ ਫਿਟ ਕਰਿਆ ਜਾਏ। ਬਾਕੀ ਦੂਸਰਾ ਜਿਹੜੇ ਕਿਸੇ ਦੇ ਸਪੋਜ਼ ਓਨਲੀ 4 ਦੰਦ ਹੋਣ ਇੰਪਲਾਂਟ ਕਰਨੇ ਪੈਣ, ਐਂਡ ਤੁਸੀਂ ਰਿਕਮੈਂਡ ਕਰਦੇ ਕਿ ਤੁਸੀਂ 4 ਕਰਾ ਲਓ, ਜੇ ਥੋੜੇ ਓਵਰ ਦ ਈਅਰਸ ਬਾਕੀ ਦੇ ਦੰਦ ਕਰਨੇ ਪੈਣ ਹੋ ਸਕਦਾ? ਬਾਕੀ ਉਹ ਚਾਰਾਂ ਨੂੰ ਤਾਂ ਡਿਸਟਰਬ ਕਰਨ ਦੀ ਲੋੜ ਨਹੀਂ ਨਾ। ਨਹੀਂ, ਬਟ ਆਲਸੋ ਉਹ ਵੀ ਗੱਲ ਹੈਗੀ ਹੈ, ਨੋਰਮਲੀ ਜਦੋਂ ਅਸੀਂ ਕਰਾਊਨ ਪਾਈਦਾ ਨਾ ਦੰਦਾਂ ਦੇ ਉੱਤੇ, ਹਾਂਜੀ, there are 2 ways you can do it। ਇੱਕ ਤੁਸੀਂ ਕਰਾਊਨ ਨੂੰ ਸੀਮੈਂਟ ਕਰ ਸਕਦੇ ਹੋ ਇੰਪਲਾਂਟ ਦੇ ਉੱਤੇ, ਜਿਸ ਤਰ੍ਹਾਂ ਇਹ ਵਾਲਾ ਹੈਗਾ। ਸੋ ਇਹ ਕਰਾਊਨ ਇਸ ਇੰਪਲਾਂਟ ਦੇ ਉੱਤੇ ਸੀਮੈਂਟ ਕੀਤਾ ਗਿਆ। Are they quite strong enough? Yes, absolutely, ਬੰਦਾ ਖਾ ਲੈਂਦਾ ਉਹਦੇ ਉੱਤੇ। ਤੁਸੀਂ ਉਹਦੇ ਨਾਲ ਐਪਲ ਨੂੰ ਬਾਈਟ ਕਰਨਾ? ਹਾਂਜੀ, absolutely, completely, oh my god, completely, ਕਿਉਂਕਿ ਇਹਦੀ ਜਿਹੜੀ ਸਪੋਰਟ ਹੈਗੀ ਆ ਹੱਡੀ ਵਿੱਚ, 8-9 ਮਿਲੀਮੀਟਰ ਲੋਹਾ ਪਿਆ ਹੋਇਆ ਜਿਹੜਾ ਤੁਹਾਡੀ ਹੱਡੀ ਨਾਲ ਮਜ਼ਬੂਤ ਹੋ ਗਿਆ, ਰੀਇਨਫੋਰਸਮੈਂਟ ਹੋਈ ਹੈ। ਸੋ ਇਹਨੂੰ ਕਹਿੰਦੇ ਆ ਸੀਮੈਂਟ ਰਿਟੇਨਡ ਕਰਾਊਨ। ਕੋਈ ਹੋਰ ਦੂਸਰੇ ਕਰਾਊਨ ਅਸੀਂ ਬਣਾਏ ਦੇ ਜਿਹੜੇ ਮੈਂ ਤੁਹਾਨੂੰ ਦਿਖਾਇਆ ਸੀਗਾ ਸਕਰੂ ਰਿਟੇਨ। ਸੋ ਇਹ ਜਿਹੜਾ ਪੇਸ਼ੈਂਟ ਹੈਗਾ, ਹੁਣ ਜਿਹੜਾ ਇਹ ਪੇਸ਼ੈਂਟ ਦੀ ਮੈਂ ਤੁਹਾਨੂੰ ਐਕਸ-ਰੇ ਦਿਖਾ ਰਿਹਾ ਸੀਗਾ, ਜਿਹੜਾ ਇਹ ਹੈਗਾ, ਇਹ ਜਗ੍ਹਾ ਹੈ ਨਾ, ਇੱਕ ਕੈਪ ਹੈਗਾ, ਇਹਨੂੰ ਅਸੀਂ ਸਕਰੂ ਡਰਾਈਵਰ ਨਾਲ ਖੋਲੀਦਾ ਨੇ, ਉਹਦੇ ਵਿੱਚ ਫਿਰ ਸਕਰੂ ਕਰੀਦਾ ਦੰਦ। ਓ ਮਾਈ ਗॉड, ਓਕੇ। ਸੋ ਇੰਪਲਾਂਟ ਦੇ ਅੰਦਰ ਸਕਰੂ ਥ੍ਰੈਡ ਬਣਿਆ ਹੋਇਆ, ਸੋ ਅਸੀਂ ਸਕਰੂ ਉਹ ਦੰਦ ਉਦੋਂ ਸਕਰੂ ਕਰ ਦਈਦਾ ਇਹਦੇ ਵਿੱਚ, ਵੀ ਉਹਨੂੰ ਫੜ ਕੇ ਰੱਖੇ। ਸੋ ਸਮਝ ਲਓ ਇਹ ਤੁਹਾਡਾ ਇੰਪਲਾਂਟ ਹੈਗਾ, ਫਿਰ ਇਹ 2 ਦੰਦ ਚਲੇ ਜਾਣ ਜਾਂ ਇਹ 4 ਦੰਦ ਇੱਥੇ ਚਲੇ ਜਾਣ, ਉਸ ਟਾਈਮ ਤੇ ਇਹ ਇੰਪਲਾਂਟ ਪ੍ਰੋਵਾਈਡਡ ਐ ਸਟਰੋਂਗ ਇਨਫ ਹੈਗਾ, ਅਸੀਂ 1-2 ਹੋਰ ਲਗਾ ਸਕਦੇ ਹਾਂ ਜਿੱਥੇ ਗੈਪਸ ਹੈਗੇ ਆ, ਤੇ ਫਿਰ ਤੁਹਾਨੂੰ ਇੱਕ ਬ੍ਰਿਜ ਬਣਾ ਦਈਦਾ। ਓਕੇ, ਇਹ ਵੀ ਇੰਪਲਾਂਟ ਕੰਮ ਆ ਗਿਆ, ਇਹ ਵੀ ਇੰਪਲਾਂਟ ਕੰਮ ਆ ਗਿਆ, ਇਹ ਵੀ ਇੰਪਲਾਂਟ ਕੰਮ ਆ ਗਿਆ। ਬਟ that will be strong enough? ਯੈਸ। ਸੋ ਕੱਲੇ ਦੰਦ ਨੂੰ ਲੋੜ ਨਹੀਂ ਹੈਗੀ? ਹਾਂਜੀ, ਤੁਸੀਂ ਉਦੋਂ ਨੋਰਮਲੀ ਇੱਕ ਦੰਦ ਨੂੰ, 2 ਦੰਦਾਂ ਨੂੰ ਇੱਕ ਇੰਪਲਾਂਟ ਚਾਹੀਦਾ। ਓਕੇ, ਜਿਹੜਾ ਰੂਲ ਅਸੀਂ ਫੋਲੋ ਕਰੀਦਾ, ਹਾਂਜੀ, ਜਿਹੜਾ ਜਨਰਲ ਰੂਲ ਹੈਗਾ, there's some variation obviously, ਪਰ ਜਿਹੜਾ ਜਨਰਲ ਰੂਲ ਹੈਗਾ, ਇੱਕ ਇੰਪਲਾਂਟ ਨੂੰ 2 ਦੰਦ ਹੈਗੇ ਨੇ। ਸੋ ਨੋਰਮਲੀ ਉੱਪਰਲੇ ਦੰਦ ਜਿੱਥੇ ਮੈਂ ਤੁਹਾਨੂੰ ਕਿਹਾ ਸੀ ਤੁਸੀਂ 6 ਇੰਪਲਾਂਟ ਪਾਏ ਆ, ਉਹ 12 ਦੰਦਾਂ ਨੂੰ ਸਪੋਰਟ ਕਰੇਗਾ। ਹਾਂਜੀ, ਅਸੀਂ ਸਾਡੇ ਹੈਗੇ ਨੇ ਕੀ ਕਹਿੰਦੇ ਆ, ਜਿਹੜੇ 7ਵਾਂ ਤੇ 8ਵਾਂ ਦੰਦ ਹੈਗਾ ਨੇ, 16 ਦੰਦ ਹੈ, ਅਸੀਂ ਨੋਰਮਲੀ 6 ਤੋਂ 6 ਤੱਕ ਦੇਈਦੇ, ਤੁਹਾਨੂੰ 12 ਦੰਦ ਦੇਈਦੇ ਆ, ਕਿਉਂਕਿ 12 ਦੰਦਾਂ ਨਾਲ ਬੰਦਾ ਅੱਛੀ ਨਾਲ ਖਾ ਲੈਂਦਾ। ਵੀ ਜਨਰਲੀ ਆਪਾਂ 7ਵੇਂ ਤੇ 8ਵੇਂ ਤੇ ਜਾਈਦਾ ਨਹੀਂ ਹੈ, ਰਾਈਟ। ਸੋ ਜਿਹੜਾ ਬੰਦੇ ਨੇ ਫੁੱਲ ਮਾਊਥ ਕਰਾਣਾ ਹੈ, ਉਹਨੂੰ ਨੋਰਮਲੀ 6 to 6 ਤੇ 6 to 6 ਬਣਾ ਕੇ ਦੇਈਦੇ ਆ। ਡਾਕਟਰ ਜੀ ਮੈਨੂੰ ਹੋਰ ਗੱਲ ਦੱਸੋ, ਜਦੋਂ ਸੌਰੀ ਮੈਂ ਨਾਲ ਦੇ ਨਾਲ ਪੁੱਛੀ ਜਾਵਾਂ,
ਤੁਸੀਂ ਉਹਦੇ ਇੰਪਲਾਂਟ ਕਰਤਾ, ਸਾਰਾ ਕੁਝ ਕਰਤਾ, ਓਵਰ ਦੀ ਈਅਰਸ 5 ਸਾਲ 10 ਸਾਲ ਅਦਰ ਬੰਦਾ ਬਹੁਤ ਵੀਕ ਹੋ ਜਾਂਦਾ, ਜਵਾਲਾ ਅੰਦਰ ਚਲੇ ਜਾਂਦਾ ਹੈ, ਤੇ ਉਹਨੂੰ ਕੋਈ ਫਿਰ ਚੇਂਜ ਕਰਨਾ ਪੈਂਦਾ, ਉਹਦੀ ਸਟਰਕਚਰ ਨੂੰ ਕੁਝ ਕਰਨਾ ਪੈਂਦਾ ਹੈ, ਬਿਕੋਜ਼ ਹਾਊ ਡਜ਼ ਇਟ ਹੋਲਡ ਇਨ ਦਾ ਮਾਊਥ ਫਿਰ ਉਹ ਜਿਹੜਾ ਇੰਪਲਾਂਟ ਹੈ ਉਹਨੂੰ ਹੱਡੀ ਨੇ ਉਹਦੇ ਗਰੋ ਕਰਕੇ ਇੰਪਲਾਂਟ ਦੇ ਨਾਲ ਜਿਹੜੀ ਬੌਂਡਿੰਗ ਹੈ ਐਕਚੁਅਲੀ ਦੈਟਸ ਅ ਵੈਰੀ ਗੁੱਡ ਕੁਐਸਚਨ। ਜਿਹੜਾ ਜਦੋਂ ਸ਼ੁਰੂਆਤ ਹੋਈ ਹੈ ਨਾ ਇੰਪਲਾਂਟਸ ਦੀ, ਉਹ ਸੀਗੀ ਮਕੈਨੀਕਲ ਰਿਟੈਂਸ਼ਨ। ਉਹਦਾ ਕੀ ਮਤਲਬ ਹੈ ਵੀ ਇਹ ਤੁਹਾਡਾ ਇੰਪਲਾਂਟ ਹੈ, ਹਾਂਜੀ, ਹੱਡੀ ਇਹ ਇੰਪਲਾਂਟ ਪੈ ਗਿਆ ਤੁਹਾਡੇ ਮਾਊਥ ਵਿੱਚ, ਹੱਡੀ ਆਈ ਉਹਦੇ ਉੱਗ ਗਈ, ਇੱਥੋਂ ਹੱਡੀ ਆਈ ਉੱਗ ਗਈ, ਹੱਡੀ ਨੇ ਉਹਨੂੰ ਇੰਪਲਾਂਟ ਨੂੰ ਹੱਡੀ ਨੇ ਫੜ ਕੇ ਰੱਖ ਲਿਆ, ਪਰ ਉਹ ਸੀਗਾ ਮਕੈਨੀਕਲ। ਹਾਂਜੀ, ਅੱਜ ਕੱਲ੍ਹ ਜਿਹੜੇ ਰਿਸਰਚ ਦੇ ਨਾਲ ਤੇ ਸਭ ਕੁਝ ਜਿਹੜੇ ਇੰਪਲਾਂਟਸ ਆ ਰਹੇ ਆ ਮਾਡਰਨ ਇੰਪਲਾਂਟਸ, ਉਹ ਕੀ ਕਰਦੇ ਨੇ, ਉਹਨਾਂ ਦੇ ਉੱਤੇ ਕੋਟਿੰਗ ਪਾਉਂਦੇ ਇੰਪਲਾਂਟ ਦੇ ਉੱਤੇ ਜਿਹੜੀ ਹੱਡੀ ਨਾਲ ਫਿਊਜ਼ ਕਰ ਲੈਂਦਾ, ਸੋ ਕੈਮੀਕਲੀ ਬੌਂਡ ਹੋ ਜਾਂਦਾ ਇੰਪਲਾਂਟ ਤੇ ਮਕੈਨੀਕਲੀ ਉਹਨੂੰ ਫੜ ਕੇ ਰੱਖਦਾ ਨੇ। ਹਾਂਜੀ, ਸੋ ਉਹਦਾ ਮਤਲਬ ਕੀ ਹੈਗਾ, ਉਹਦੀ ਜਿਹੜੀ ਗ੍ਰਿਪ ਹੈ ਦੈਟ ਮਚ ਸਟਰੋਂਗਰ ਹੋ ਜਾਂਦੀ ਹੈ। ਜੇ ਉਹ ਬੰਦੇ ਨੇ ਅੱਛੀ ਤਰ੍ਹਾਂ ਦੇਖਭਾਲ ਕੀਤਾ ਉਸ ਇੰਪਲਾਂਟ ਦਾ, ਹਾਂਜੀ, ਹੱਡੀ ਜਾਏਗੀ ਬਟ ਮਿਨੀਮਮ ਜਾਏਗੀ। ਉਹ ਇੰਪਲਾਂਟ ਉਸ ਟਾਈਮ ਤੇ ਕੈਨ ਲਾਸਟ ਹਿਮ 15 20 25 years। ਡਾਕਟਰ ਸਾਹਿਬ ਟਾਈਮ ਬੜੀ ਫਾਸਟ ਜਾ ਰਿਹਾ, ਅਸੀਂ ਲੋਕ ਸਪੈਸ਼ਲੀ ਮੈਂ ਆਪਣੇ ਏਸ਼ੀਅਨ ਲੋਕਾਂ ਦੀ ਗੱਲ ਕਰਾਂਗਾ, ਜਾਸੀ ਲੋਕ ਨਾ ਜਦੋਂ ਲੋੜ ਪੈਂਦੀ ਹੈ ਉਹ ਡੈਂਚਰਸ ਲਗਾ ਲੈਂਦੇ ਨੇ। ਨਾਓ ਇਜ਼ ਇਟ ਬਿਕੋਜ਼ ਦੇ ਡੋਂਟ ਹੈਵ ਨੌਲੇਜ ਅਬਾਊਟ ਦ ਇੰਪਲਾਂਟ, ਉਹ ਜਾਂ ਕਿ ਉਹਨਾਂ ਨੂੰ ਲੱਗਦਾ ਕਿ ਬਹੁਤ ਮਹਿੰਗਾ, ਉਹਦਾ ਗੱਲ ਹੀ ਨਹੀਂ ਕਰਦੇ ਹੋ? Are there many inquiries coming through from the Asian community? There are, absolutely. Absolutely. ਹਾਂਜੀ, knowledgeable, ਇੱਕ ਤਾਂ knowledge, right? And now they're becoming a lot more interested, they're looking at it through the internet. ਇਹ ਸਾਰੀ ਇਨਫੋਰਮੇਸ਼ਨ ਇੰਟਰਨੈਟ 'ਤੇ ਅਵੇਲੇਬਲ ਹੈ। ਬਿਲਕੁਲ, ਪਰ ਜਿੱਦਾਂ ਤੁਸੀਂ ਦੱਸਦੇ ਏਦਾਂ ਥੋੜ੍ਹਾ ਦੱਸਦੇ ਹੋ। ਨਹੀਂ, ਹਾਂਜੀ, ਮੈਂ ਕੋਸ਼ਿਸ਼ ਦੇਖੋ ਭਾਜੀ, ਪੰਜਾਬੀ ਥੋੜ੍ਹਾ ਬੋਲਦਾ ਯਾਰ ਭਾਜੀ, ਸਬਜੈਕਟ ਤਾਂ ਕਾਫੀ ਕੰਪਲਿਕੇਟਡ ਹੈ, ਪਰ ਮੈਂ ਕੋਸ਼ਿਸ਼ ਕਰ ਰਿਹਾ ਵੀ ਸਿੰਪਲੀਫਾਈ ਕਰਨ ਨੂੰ। ਹਾਂਜੀ, ਸੋ ਜੇ ਕੋਈ ਚੀਜ਼ ਹੈਗੀ ਜਿਹੜੀ ਤੁਹਾਨੂੰ ਸਮਝ ਨਹੀਂ ਪਈ ਹੈ, ਬਾਈ ਆਲ ਮੀਨਸ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਫਿਰ ਤੋਂ ਤੁਹਾਨੂੰ ਅੱਛਾ ਜੀ। ਮੇਰੇ ਵਰਗੇ ਨੂੰ ਬੜਾ ਡਰ ਲੱਗਦਾ ਹੈ ਲੋਕਲ ਐਨਸਥੈਟਿਕ ਦੇ ਉੱਪਰ ਜਾ ਸਕਦਾ ਕਿ ਨਹੀਂ ਜਾਣਾ ਜਾਂਦੇ ਤੁਸੀਂ ਕਰ? ਮੋਸਟਲੀ ਜਿਹੜੇ ਇੰਪਲਾਂਟਸ ਅਸੀਂ ਪਾਈਦਾ ਲੋਕਲ ਐਨਸਥੈਟਿਕ 'ਚ ਕੰਮ ਕਰੀਦਾ, ਉਹਦੇ ਨਾਲ ਹੀ ਕਰਦੇ? ਹਾਂਜੀ, ਐਬਸੋਲੂਟਲੀ। ਬੇਹੋਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਮੈਂ ਤੁਹਾਨੂੰ ਦੱਸਿਆ ਸੀਗਾ ਨਾ, ਜਿਹੜੇ ਮੇਰੇ ਐਕਸਪੀਰੀਅੰਸ ਹੈਗੇ ਮੇਰੇ ਪੇਸ਼ੈਂਟਸ ਨਾਲ ਮੋਸਟਲੀ, ਹਾਂਜੀ, ਉਹ ਮੈਨੂੰ ਕਹਿੰਦੇ ਆ ਇੰਪਲਾਂਟ ਈਜ਼ੀਅਰ ਸੀਗਾ ਪਾਉਣਾ ਦੰਦ ਕਢਾਉਣ ਨਾਲੋਂ। ਸੋ ਇਹ ਹੈਗੀ ਹੈ ਗੱਲ। ਪਰ ਜੋ ਨਾ ਬੜੀ ਵੱਡੀ ਗੱਲ ਹੈ ਕਿ ਬੰਦੇ ਦੀ ਅੱਖਾਂ ਹੋਈਆਂ ਔਰ ਦੰਦ ਹੋਏ, ਇਟਸ ਦ ਬਿਊਟੀ ਆਫ ਦ ਫੇਸ ਦੀ ਹੁੰਦੀ ਹੈ, ਸਾਰੀ ਸਟੈਂਡ ਆਊਟ ਕਰਦਾ ਬੰਦਾ। ਤੇ ਅਗਰ ਓਰੀਜਨਲ ਨਹੀਂ ਹੈ, ਜਿੱਦਾਂ ਤੁਸੀਂ ਕਿਹਾ ਓਰੀਜਨਲ ਤੁਹਾਡੇ ਦੰਦ ਨਹੀਂ ਰਹੇ, ਚਲੋ ਉਹ ਖਾਣ ਨੂੰ ਟੇਸਟ ਤੇ ਉਹਦਾ ਯੂਜ਼ ਕਰਨ ਨੂੰ ਫਰਕ ਹੋਏਗਾ, ਲੇਕਿਨ ਦੇਖਣ ਨੂੰ ਤਾਂ ਦੁਨੀਆ ਥੋੜ੍ਹਾ ਦੱਸ ਸਕਦੀ ਕਿ ਇਹਦੇ ਇੰਪਲਾਂਟ ਲੱਗਿਆ। ਐਬਸੋਲੂਟਲੀ ਨਹੀਂ ਦੱਸ ਸਕਦੇ, ਰੀਅਲੀ, ਬਿਕਾਜ਼ ਅੱਜ ਕੱਲ੍ਹ ਜਿਹੜੇ ਮਟੀਰੀਅਲ ਅਸੀਂ ਯੂਜ਼ ਕਰਨੇ ਆ, ਜਿਹੜਾ ਤੁਸੀਂ ਦੇਖਦੇ ਹੋ, ਹਾਂਜੀ, ਉਹ ਮਟੀਰੀਅਲ ਦਾ ਜਿਹੜਾ ਰੰਗ ਹੈ, ਅਸੀਂ ਬਹੁਤ ਬਣਾ ਸਕਦੇ ਹਾਂ। ਸੋ ਇਟਸ ਸੋ ਮਚ ਮੈਚਿੰਗ, ਰੀਅਲੀ, ਹਾਂਜੀ। ਉਹਦੀ ਜਿਹੜੀ ਸਟਰੈਂਥ ਹੈਗੀ ਆ, ਅੱਜ ਕੱਲ੍ਹ ਕਰਾਊਨਸ ਆਉਂਦੇ ਨੇ, ਜ਼ਰਕੋਨੀਆ ਕਰਾਊਨਸ, ਜਿਹੜੇ ਤੁਹਾਡੇ ਦੰਦ ਨਾਲੋਂ 2 ਟਾਈਮ ਸਟਰੋਂਗਰ ਹੈਗੇ ਨੇ। ਹਾਂਜੀ, ਤੁਹਾਡਾ ਦੰਦ ਟੁੱਟ ਜਾਏਗਾ, ਜ਼ਰਕੋਨੀਆ ਕਰਾਊਨ ਨਹੀਂ ਟੁੱਟੇਗਾ। ਜਿਹੜਾ ਕ੍ਰਸ਼ ਟੈਸਟ ਕਰਦੇ ਨੇ ਤੇ ਸਾਰੇ, ਹਾਂਜੀ। ਅੱਛਾ, ਹੁਣ ਕੋਸਟ ਵਾਈਜ਼ ਜਨਰਲ ਕੁਐਸਚਨ ਪੁੱਛਦਾ, ਆਮ ਸ਼ੂਰ ਦੇਰ ਲੋਟ ਆਫ ਪੀਪਲ ਵਾਂਟ ਟੂ ਆਸਕ ਦ ਸੇਮ ਕੁਐਸਚਨ ਜੋ ਮੇਰੇ ਦਿਮਾਗ 'ਚ ਆ ਜਾਂਦੇ ਨੇ, ਜਨਰਲ ਕੁਐਸਚਨ ਹੁੰਦੇ ਨੇ। ਕੋਸਟ ਇਫੈਕਟਿਵ ਕਰਨ ਲਈ ਜੇ ਥੋੜ੍ਹੇ ਦੰਦ ਕਰਾਉਣ ਕੇ ਤੁਸੀਂ ਸੁਜੈਸਟ ਕਰੋ ਕਿ ਇਕੱਠੇ ਕਰਨੇ ਚਾਹੀਦੇ ਨੇ? Is there disadvantage doing few at a time? What are you talking about? Implants? Implant. ਜਿਹੜੇ implants ਹੈ ਨਾ, ਜੇ ਇੱਕ ਦੰਦ ਤੁਹਾਡਾ ਮਿਸਿੰਗ ਹੈ, 2 ਦੰਦ ਮਿਸਿੰਗ ਹੈ, ਬਾਕੀ ਦੰਦ ਤੁਹਾਡੇ ਠੀਕ ਹੈ, then there's no point in affecting the other teeth. Exactly. ਮੈਂ ਤੁਹਾਨੂੰ ਕੀ ਕਿਹਾ ਸੀਗਾ, ਜੋ ਰੱਬ ਨੇ ਜੇ ਚੇਂਜ ਕਰਨ ਵਾਲੇ ਹੋਣ, ਹਾਂਜੀ, ਤੇ ਬੰਦਾ ਕਹੇ ਚਲ ਮੈਂ 2 4 ਕਰਾ ਲੈਣਾ। ਪਰ ਭਾਜੀ, ਜੇ ਤੁਹਾਡੇ ਦੰਦ ਠੀਕ ਨੇ, ਹਾਂਜੀ, ਜੇ ਜਿੰਨੀ ਦੇਰ ਤੁਸੀਂ ਉਹਨਾਂ ਨੂੰ ਰੱਖ ਸਕਦੇ ਹੋ, ਚਲਾ ਸਕਦੇ ਹੋ, ਚਲਾਓ ਉਹਨਾਂ ਨਾਲ, ਠੀਕ ਹੈ, ਹਾਂਜੀ। ਕਿਉਂਕਿ ਜਿਹੜਾ ਇੰਪਲਾਂਟ ਹੈਗਾ, ਇਟਸ ਅ ਵੈਰੀ ਪੂਅਰ ਸਬਸਟੀਟਿਊਟ ਟੂ ਅ ਗੁੱਡ ਹੈਲਥੀ ਟੂਥ, ਓਕੇ, ਇਟਸ ਅ ਵੈਰੀ ਪੂਅਰ ਸਬਸਟੀਟਿਊਟ। ਦੂਸਰੀ ਗੱਲ, ਯੂ ਨੋ ਲੋਟ ਆਫ ਪੀਪਲ, ਜਿੱਦਾਂ ਤੁਸੀਂ ਕਿਹਾ ਬੜੀ ਰਿਸਰਚ ਕਰਦੇ ਨੇ, ਆਮ ਗਲੈਡ ਤੁਸੀਂ ਦੱਸਿਆ ਕਿ ਆਪਣੇ ਲੋਕਾਂ ਨੂੰ ਕਾਫੀ ਇੰਟਰਸਟ ਹੈ ਆਪਣੀ ਸਿਹਤ ਦਾ ਖਿਆਲ ਰੱਖਣ ਦਾ ਹਰ ਤਰੀਕੇ ਦੇ ਨਾਲ। ਬਹੁਤ ਲੋਕ ਯੂਰਪ ਜਾਂਦੇ ਨੇ, ਕੋਈ ਇੱਦਾਂ ਦੀ ਕੰਟਰੀ ਦੇ ਵਿੱਚ, ਮੈਂ ਨਾਮ ਨਹੀਂ ਲਵਾਂਗਾ, ਉੱਥੋਂ ਅੱਧੀ ਪ੍ਰਾਈਸ ਦੇ ਹੋ ਜਾਂਦੇ ਨੇ, ਹਾਂਜੀ। ਫਿਰ ਉੱਥੇ ਮੁਸੀਬਤ ਹੈਗੀ ਹੈ, ਅਗਰ ਕੋਈ ਇਨਫੈਕਸ਼ਨ ਹੋ ਗਈ, ਕੁਝ ਹੋ ਗਿਆ। ਐਬਸੋਲੂਟਲੀ, ਸੋ ਲੋਟ ਆਫ ਪੀਪਲ ਬਾਹਰ ਚਲ ਜਾਂਦੇ ਨੇ, ਇੰਡੀਆ, ਟਰਕੀ,
ਈਸਟਰਨ ਯੂਰਪ। ਈਸਟਰਨ ਯੂਰਪ। ਅੱਛਾ ਹੁਣ ਦੇਖੋ ਇਹ ਨਹੀਂ ਹੈ ਵੀ ਉਹ ਜਿਹੜਾ ਕੰਮ ਕਰਦੇ ਨੇ ਉਹ ਕੰਮ ਖਰਾਬ ਹੈ, ਕਿਉਂਕਿ ਕੋਈ ਵੀ ਡਾਕਟਰ ਉਹ ਖਰਾਬੀ ਨਹੀਂ ਕਰੇਗਾ। ਹਾਂਜੀ, ਜੇ ਜੈਨੂਇਨ ਡਾਕਟਰ ਹੈਗਾ ਉਹ ਖਰਾਬੀ ਨਹੀਂ ਕਰੇਗਾ, ਪਰ ਉਹਦੇ 'ਚ ਨਾ ਇੱਕ ਸਭ ਨਾਲੋਂ ਵੱਡੀ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਜਿਹੜਾ ਕੰਮ ਤੁਸੀਂ ਕਰਾ ਕੇ ਆਏ ਹੋ ਤੇ ਤੁਸੀਂ ਫਿਰ ਇੱਥੇ ਵਾਪਸ ਆ ਗਏ ਤੇ ਤੁਹਾਨੂੰ ਪ੍ਰੋਬਲਮ ਖੜਾ ਹੋ ਗਿਆ। ਹਾਂਜੀ, ਮੇਰੇ ਪਾਸ ਬਥੇਰੇ ਪੇਸ਼ੈਂਟਸ ਹੈਗੇ ਇਸ ਤਰ੍ਹਾਂ ਜਿਹੜੇ ਕੰਮ ਬਾਹਰੋਂ ਕਰਾ ਕੇ ਆਏ ਇੱਥੇ ਵਾਪਸ ਤੇ ਉਹਨਾਂ ਨੂੰ ਕੋਈ ਨਾ ਕੋਈ ਕੰਪਲਿਕੇਸ਼ਨ ਹੋ ਗਈ ਹੈ। ਹਾਂਜੀ, ਮੋਸਟਲੀ ਉਹ ਪੇਸ਼ੈਂਟਸ, ਅੱਛਾ ਅਸੀਂ ਉਹ ਪੇਸ਼ੈਂਟਸ ਨੂੰ ਜਿਹੜੀ ਇਮਰਜੈਂਸੀ ਟ੍ਰੀਟਮੈਂਟ ਹੈ ਉਹ ਅਸੀਂ ਕਰ ਦੇਵਾਂਗੇ, ਠੀਕ ਹੈ, ਪਰ ਜਿਹੜਾ ਉਹਨਾਂ ਦਾ ਅਸਲੀ ਜਿਹੜਾ ਪ੍ਰੋਬਲਮ ਹੈ ਅਸੀਂ ਉਹਨਾਂ ਨੂੰ ਉਸ ਟਾਈਮ ਤੇ ਐਡਵਾਈਸ ਕਰਨੇ ਆ ਵੀ ਜਿੱਥੇ ਤੁਸੀਂ ਇਹ ਕੰਮ ਕਰਾ ਕੇ ਆਏ ਹੋ ਨਾ ਤੁਸੀਂ ਬੈਸਟ ਉੱਥੇ ਵਾਪਸ ਜਾ ਕੇ ਇਹ ਕੰਮ ਕਰਾਓ। ਤਾਂ ਇਸ ਤੋਂ ਈਜ਼ੀ ਨਾ ਹੁਣ ਜੋ ਹਾਲਾਤ ਕੰਟਰੀ ਦੇ ਹੈਗੇ ਨੇ ਸਾਰੇ। ਲੈਟ ਮੀ ਫਿਨਿਸ਼। ਹਾਂਜੀ, ਉਹ ਕਿਉਂ? ਬਿਕਾਜ਼ ਉਹ ਬੰਦਿਆਂ ਨੂੰ ਬੈਸਟ ਪਤਾ ਤੁਹਾਡਾ ਮਾਊਥ ਦੀ ਕੰਡੀਸ਼ਨ ਸੀਗੀ ਕੀ, ਉਹਨਾਂ ਨੇ ਕੀਤਾ ਕੀ ਹੈ। ਹਾਂ। ਸੋ ਫਰਸਟ ਪੁਆਇੰਟ ਆਫ ਕਾਲ ਅਸੀਂ ਉਹ ਕਵਾਂਗੇ। ਹੁਣ ਸੈਕੰਡ ਪੁਆਇੰਟ ਆਫ ਕਾਲ ਹੈ, ਸਾਡੇ ਵੀ ਹੈਗੇ ਇੰਪਲਾਂਟੋਲੋਜਿਸਟ, ਉਹ ਆਉਂਦੇ ਨੇ ਉਹ ਕਹਿੰਦੇ ਆ ਕੀ ਕਰਾਂ ਮੈਂ। ਹੁਣ ਜਿਹੜਾ ਇੰਪਲਾਂਟੋਲੋਜਿਸਟ ਜਿਹੜਾ ਇਹ ਕੰਮ ਕਰੇਗਾ ਨਾ ਉਹਦਾ ਵੀ ਹੀ ਹੈਜ਼ ਅ ਰਿਸਕ ਐਲੀਮੈਂਟ। ਜਿਹੜਾ ਰਿਸਕ ਐਲੀਮੈਂਟ ਹੈਗਾ ਹੈ ਉਹਦੇ ਉੱਤੇ ਵੀ ਕਾਸਟਿੰਗ ਹੈਗੀ ਹੈ। ਹੁਣ ਸਮਝ ਲਓ ਉਹਨੇ ਤੁਹਾਨੂੰ ਇੱਕ ਇੰਪਲਾਂਟ ਫਿਟ ਕੀਤਾ ਤੁਹਾਡਾ ਤੇ ਉਹ ਇੰਪਲਾਂਟ ਨੂੰ ਰਿਜੈਕਟ ਹੋ ਗਿਆ ਫॉर whatever reason। ਹਾਂਜੀ, not all implants are successful, right? No, naturally, 90% let's say are successful. The 10% that are unsuccessful, ਹਾਂਜੀ, ਉਹ ਇੰਪਲਾਂਟ ਰਿਜੈਕਟ ਹੋ ਗਿਆ। ਉਸ ਟਾਈਮ ਤੇ ਜਿਹੜਾ ਡੈਂਟਿਸਟ ਜਿਹੜਾ ਇੰਪਲਾਂਟੋਲੋਜਿਸਟ ਸੀਗਾ ਜਿਹਨੇ ਤੁਹਾਡਾ ਇੰਪਲਾਂਟ ਪਲੇਸ ਕੀਤਾ ਉਹਦੀ ਜ਼ਿੰਮੇਵਾਰੀ ਹੈਗੀ ਹੈ ਉਹ ਇੰਪਲਾਂਟ ਨੂੰ ਰਿਪਲੇਸ ਕਰਨਾ। ਤੁਸੀਂ ਪੈਸੇ ਦਿੱਤੇ ਆ, ਤੁਸੀਂ ਕਾਸਟ ਦਿੱਤਾ, ਐਂਡ ਨਾਟ ਜਸਟ ਦ ਮਨੀ, ਦੀ ਸਰਜੀਕਲ ਪ੍ਰੋਸੀਜਰ, the pain, the embarrassment of not having a tooth there, the expenses, all that related. Hanji, so he has a certain obligation. So ਜਿਹੜਾ ਬੰਦਾ implant ਉਹਨੇ ਪਾਇਆ ਉਹਨੂੰ best idea ਵਾ ਬਈ ਉਹ implant reject ਕਿਉਂ ਹੋਇਆ ਤੇ next time ਉਹ implant ਨੂੰ ਪਾਏਗਾ he'll be best placed to take advantage of what happened that went wrong, so he tries to minimize the damage that occurs subsequently. ਤੁਹਾਡੇ ਲਈ ਤਾਂ ਨਵਾਂ ਕੇਸ ਹੋ ਗਿਆ ਨਾ, ਟੋਟਲੀ ਇੱਕਦਮ ਤੁਹਾਡੇ ਲਈ ਤਾਂ ਇੱਕਦਮ ਨਵਾਂ ਕੇਸ ਹੋ ਗਿਆ ਨਾ। somebody else has done the job and you're taking over. ਤੇ ਉਹਦੇ ਚ ਪ੍ਰੋਬਲਮ ਕੀ ਹੁੰਦੀ ਨੇ, ਜਿਹੜੀ ਲਾਇਬਿਲਿਟੀ ਹੈ ਨਾ, ਜਿਹਨੂੰ ਕਹਿੰਦੇ ਨੇ ਮੈਡੀਕਲ ਨੈਗਲੀਜੈਂਸ ਲਾਇਬਿਲਿਟੀ, ਉਸ ਟਾਈਮ ਤੇ ਜਿਹੜਾ ਬੰਦਾ ਉਹਨੂੰ ਟ੍ਰੀਟ ਕਰ ਰਿਹਾ ਹਾਂਜੀ ਤੇ ਪੇਸ਼ੈਂਟ ਦਾ ਇੰਪਲਾਂਟ ਸਮਝ ਲਓ ਫੇਲ ਹੋ ਗਿਆ, ਉਸ ਟਾਈਮ ਤੇ ਪੇਸ਼ੈਂਟ ਨੇ ਕਹਿਣਾ ਐਂਡ ਕਹਿ ਸਕਦਾ ਭਈ ਜਿਹੜਾ ਕੰਮ ਮੈਂ ਬਾਹਰੋਂ ਕਰਾਇਆ ਸੀਗਾ ਉਸ ਕਰਕੇ ਮੈਂ ਫੇਲ ਹੋਇਆ, ਜਾਂ ਜੋ ਕੁਝ ਤੁਸੀਂ ਮੇਰੇ ਉੱਤੇ ਕੀਤਾ ਇਸ ਕਰਕੇ ਮੇਰਾ ਇੰਪਲਾਂਟ ਫੇਲ ਹੋਇਆ। ਇਸ ਰੀਜ਼ਨ ਪਿੱਛੇ ਹਾਂਜੀ ਜਿਹੜਾ ਸਰਜਨ ਕੰਮ ਕਰਦਾ ਉਹ ਚਾਹੁੰਦਾ ਵਾ ਸ਼ੁਰੂ ਤੋਂ ਕਰੇ ਐਂਡ ਤੇ ਕਰੇ। ਬਿਲਕੁਲ। ਹਾਂਜੀ, ਕਿਉਂਕਿ ਉਹ ਲਾਇਬਿਲਿਟੀ ਸਾਰੀ ਉਹਦੀ ਹੈਗੀ ਹੈ, ਉਹਨੂੰ ਪਤਾ ਹੈ। ਇਸ ਕਰਕੇ ਜਿਹੜਾ ਜਿਸ ਤਰ੍ਹਾਂ ਦਾ ਕੰਮ ਬਾਹਰੋਂ ਜਿਹੜਾ ਬੰਦਾ ਕਰਾ ਕੇ ਆਉਂਦਾ ਹਾਂਜੀ ਅਸੀਂ ਉਹਦੀ ਇਮਰਜੈਂਸੀ ਸੋਲੂਸ਼ਨ ਕਰ ਸਕਦੇ ਹਾਂ, ਪਰ ਉਹਦੀ ਜਿਹੜੀ ਅਸਲੀ ਕੰਮ ਜਿਹੜਾ ਹੈਗਾ ਨੇ ਉਹ ਅਸੀਂ ਜਨਰਲੀ ਰੈਫਰ ਕਰਨੇ ਆ ਤੁਸੀਂ ਵਾਪਸ ਜਾ ਆਪਣੇ ਸਰਜਨ ਨੂੰ ਜਿਹਨੇ ਇਸ ਸਾਰਾ ਤੁਹਾਡਾ ਕੰਮ ਕੀਤਾ। ਪਰ ਐਟਲੀਸਟ ਤੁਸੀਂ ਵਾਂਟ ਤਾਂ ਕਰਦੇ ਨੇ ਵੀ ਗੋਇੰ ਟੂ ਟਰਾਈ ਟੂ ਪੁੱਟ ਇਟ ਰਾਈਟ, ਲੇਕਿਨ ਵੀ ਡੋਨਟ ਚੈਲੰਜ ਯੂ ਕਿ ਇੱਕਦਮ ਠੀਕ ਹੋ ਸਕਦਾ। ਹਾਂਜੀ, ਐਬਸੋਲੂਟਲੀ, ਕਿਉਂਕਿ ਕਿਸੇ ਨੂੰ ਪੇਂਚ ਨਹੀਂ ਅਸੀਂ ਛੋੜ ਸਕਦੇ ਹਾਂਜੀ। ਤੇ ਜਦੋਂ ਇਹ ਚੀਜ਼ਾਂ ਗਲਤ ਹੋ ਜਾਂਦੀਆਂ ਤੁਹਾਨੂੰ ਖੁਦ ਪਤਾ ਰਾਈਟ, ਜਿਹੜੀ ਸਭ ਕੁਝ ਅੱਛੇ ਨਾਲ ਕੰਮ ਹੋ ਗਿਆ ਇਟਸ ਜਨਰਲੀ ਫਾਈਨ, ਪਰ ਜਦੋਂ ਦਰਦ ਸ਼ੁਰੂ ਹੋ ਜਾਂਦੀ ਹੈ ਹੈਡ ਐਂਡ ਨੈਕ ਦੇ ਵਿੱਚ ਹਾਂਜੀ ਇਟਸ ਪਾਰਟਲੀ ਦ ਵਰਸਟ ਪੇਨ ਯੂ ਕੈਨ ਗੈਟ। ਤੁਹਾਨੂੰ ਪਤਾ ਦੰਦ ਜਦੋਂ ਦੁਖਦਾ ਇਨਫੈਕਸ਼ਨ ਹੋ ਜਾਂਦੀ ਹੈ ਬੰਦਾ ਕਿੰਨਾ ਸਫਰ ਕਰਦਾ ਉਸ ਸਾਰਿਆਂ ਨੂੰ ਪਹਿਲੀ ਰੀਅਲੀ ਬੈਡ। ਡਾਕਟਰ ਕਪੂਰ ਜਦੋਂ ਹੁਣ ਤੁਸੀਂ ਇੰਪਲਾਂਟ ਦੀ ਗੱਲ ਕਰਦੇ ਅਸੀਂ ਡੈਂਚਰਸ ਦੀ ਗੱਲ, ਡੈਂਚਰਸ ਦੀ ਡਿਮਾਂਡ ਹੈਗੀ ਹੈ ਹਾਲੇ ਵੀ ਕਾਫੀ? ਐਬਸੋਲੂਟਲੀ ਰੀਅਲੀ ਹਾਂਜੀ, ਬਥੇਰੇ ਹੈਗੇ ਆ ਜਿਨ੍ਹਾਂ ਦੇ ਦੰਦ ਖਰਾਬ ਹੋ ਗਏ ਆ। ਉਹ ਨਹੀਂ ਹੈ ਬਈ ਕੰਪਲੀਟ ਡੈਂਚਰ ਅਸੀਂ ਹਮੇਸ਼ਾ ਬੰਦਿਆਂ ਨੂੰ ਲਾ ਕੇ ਦੇਈਦਾ, ਅਸੀਂ ਪਾਰਸ਼ਲ ਡੈਂਚਰਸ ਵੀ ਬਣਾਈਦੇ ਆ। ਤਾਂ ਸਮਝ ਲਓ ਅਗਲੇ 4 ਦੰਦ ਚਲੇ ਗਏ ਉਹ ਅਸੀਂ ਸਿਰਫ 4 ਦੰਦ ਰਿਪਲੇਸ ਕਰਾਂਗੇ ਤੁਹਾਡੇ ਵਾਸਤੇ ਡੈਂਚਰ ਦੇ ਨਾਲ ਹਾਂਜੀ। ਅੱਜ ਕੱਲ੍ਹ ਡੈਂਚਰ ਦੀ ਟੈਕਨੋਲੋਜੀ ਵੀ ਕਾਫੀ ਅੱਗੇ ਆ ਗਈ ਹੈ, ਪਰ ਜਿਹੜੀ ਡੈਂਚਰ ਹੈਗਾ ਉਹ ਹੈਗੀ ਨਕਲੀ ਚੀਜ਼ ਹੈ। ਨਹੀਂ ਨਕਲੀ ਦੀ ਗੱਲ ਹੈ, ਲੇਕਿਨ ਤੁਸੀਂ ਉਹਦਾ ਬਾਈਟ ਵੀ ਨਹੀਂ ਕਰ ਸਕਦੇ ਨਾ ਫਿਰ ਉਹਦੇ ਨਾਲ ਡੈਂਚਰ ਨੂੰ। ਪੀਪਲ ਡੂ, ਪੀਪਲ ਲਰਨ ਹਾਂਜੀ।
ਅਸੀਂ ਮੇਰਾ ਐਕਸਪੀਰੀਅੰਸ ਮੋਸਟਲੀ ਹੈਗਾ ਨੇ ਔਰਲ ਐਕਰੋਬੈਟਿਕਸ ਮੈਂ ਉਹਨੂੰ ਕਹਿੰਦਾ ਬੰਦੇ ਸਿੱਖ ਜਾਂਦੇ ਆ ਹਾਂਜੀ ਡੈਂਚਰ ਨਾਲ ਰੋਟੀ ਕਿੱਦਾਂ ਖਾਣੀ ਹੈ ਨਾ ਰੋਟੀ ਠੀਕ ਹੈ ਤੁਸੀਂ ਕਿਸੇ ਨੂੰ ਹਾਰਡ ਚੀਜ਼ ਨੂੰ ਬਾਈਟ ਕਰਨਾ ਹੈ ਓਰੀਜਨਲ ਦੰਦ ਨਾਲ ਤੁਸੀਂ ਕਰ ਸਕਦੇ ਹੋ origignal ਨਾਲ ਮੈਂ ਤੁਹਾਨੂੰ ਫਿਰ ਤੋਂ ਉੱਥੇ ਹੀ ਮੈਂ ਤੁਹਾਨੂੰ ਵਾਪਸ ਲੈ ਜਾਵਾਂਗਾ ਹਾਂਜੀ ਜਿਹੜੀ origignal ਚੀਜ਼ ਤੁਹਾਨੂੰ ਰੱਬ ਨੇ ਦਿੱਤੀ ਹੋਈ ਹੈ ਅਸੀਂ ਕੋਈ ਵੀ ਚੀਜ਼ ਉਹਦੇ ਕਾਬਲ ਨਹੀਂ ਬਣਾ ਸਕਦੇ ਬਿਲਕੁਲ ਯਾਰ ਇੰਪੋਸੀਬਲ ਹਾਂਜੀ ਜਿਹੜੀ ਕੁਦਰਤ ਨੇ ਤੁਹਾਨੂੰ ਜਿਹੜੀ ਚੀਜ਼ ਦਿੱਤੀ ਹੋਈ ਹੈ ਹਾਂਜੀ ਅਸੀਂ ਉਹ ਚੀਜ਼ ਨੂੰ ਕਦੀ ਮੈਚ ਕਰ ਹੀ ਨਹੀਂ ਸਕਾਂਗੇ ਡਾਕਟਰ ਦੇਖ ਲੈ ਬਗਦਾਰ ਸਕਰੂ ਤੋਂ ਬਗਦਾਰ ਇੰਪਲਾਂਟ ਤੋਂ ਰੱਬ ਨੇ ਲਾਏ ਹੋਏ ਨੇ ਯਾਰ ਔਰ ਇੰਨੇ ਸਟਰੋਂਗ ਆ ਜੋ ਮਰਜ਼ੀ ਕਰੋ ਲੋਕੀ ਉਹ ਕੈਨ ਖੋਲ ਲੈਂਦੇ ਨੇ ਬੋਤਲਾਂ ਦੇ ਤੁਸੀਂ ਮੈਨੂੰ ਕਹਿੰਦੇ ਹੋ ਹਾਂਜੀ ਇੰਪਲਾਂਟ ਕਿੰਨਾ ਲਾਈਫ ਲੌਂਗ ਮੈਂ ਕਿਹਾ ਮੈਨੂੰ ਮੇਬੀ ਲੌਂਗਰ ਹੋਣਗੇ ਪਰ ਮੇਰੀ ਐਕਸਪੀਰੀਅੰਸ ਵਿੱਚ 25-30 ਸਾਲ ਤੋਂ ਜਾਸਤੀ ਮੈਂ ਦੇਖੇ ਨਹੀਂ ਹੈ ਬੰਦਿਆਂ ਦੇ ਇੰਪਲਾਂਟ ਹੈਗੇ ਠੀਕ ਹੈ ਹੁਣ ਮੈਂ ਤੁਹਾਨੂੰ ਆਪਣੇ ਅਸਲੀ ਦੰਦ ਦੀ ਗੱਲ ਕਰ ਰਿਹਾ ਸੀਗਾ ਜਿਹੜਾ ਬੰਦਾ ਅੱਛੇ ਨਾਲ ਖਿਆਲ ਰੱਖਦਾ 90 ਸਾਲ 100 ਸਾਲ 'ਚ ਵੀ ਬੰਦੇ ਹੈਗੇ ਜਿਨ੍ਹਾਂ ਦੇ ਦੰਦ ਹੈਗੇ ਨੇ ਹਾਂਜੀ ਉਹ ਦੰਦ ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ It's how you take care of the dand ਸਾਰੀ ਗੱਲ absolutely in fact brushing twice a day morning and evening regular checkups ਹਾਂਜੀ professional cleaning ਜੋ ਦੀ ਜ਼ਰੂਰਤ ਹੈਗੀ ਹੈ mostly regular checkups professional cleaning ਬਹੁਤ ਜ਼ਰੂਰੀ ਹੈ ਤੇ ਜੇ ਇਨਫੈਕਸ਼ਨ ਸ਼ੁਰੂ ਹੋ ਰਹੀ ਹੈ ਸਪੈਸ਼ਲਿਸਟ ਦੇ ਕੋਲ ਚਲ ਜਾ ਜਿਹੜਾ ਤੁਹਾਡੀ ਸਫਾਈ ਨਾਲ ਉਹਨੂੰ ਕੰਟਰੋਲ 'ਚ ਰੱਖ ਸਕਦਾ ਕਿਉਂਕਿ ਇੱਕ ਵਾਰੀ ਹੱਡੀ ਚਲੀ ਗਈ ਨਾ ਜਿਹੜੀ ਤੁਹਾਡੇ ਦੰਦਾਂ ਨੂੰ ਹੱਡੀ ਫੜ ਕੇ ਰੱਖੀ ਹੋਈ ਹੈ ਇੱਕ ਵਾਰੀ ਉਹ ਹੱਡੀ ਗਈ ਉਹ ਗਈ ਫੋਰਐਵਰ ਤੁਹਾਡਾ ਆਈਡੀਆ ਹੈ ਬਈ ਉਹ ਹੱਡੀ ਜਾਏ ਨਾ ਜਿੰਨੇ ਤੱਕ ਤੁਸੀਂ ਦੁਨੀਆ 'ਚ ਨਹੀਂ ਹੈਗੇ ਕਿਉਂਕਿ ਉਸ ਤੋਂ ਬਾਅਦ ਤਾਂ ਸਾਨੂੰ ਦੰਦ ਚਾਹੀਦੇ ਨਹੀਂ ਜੇ ਤੁਹਾਡੇ ਦੰਦ ਦੀ ਹੱਡੀ ਤੁਹਾਡੇ ਦੰਦਾਂ ਨੂੰ ਫੜ ਕੇ ਰੱਖੇ ਜਿੰਨੇ ਤੱਕ ਤੁਸੀਂ ਜੀਂਦੇ ਹੋ ਉਸ ਤੋਂ ਬਾਅਦ ਤਾਂ ਦੰਦ ਦੀ ਜ਼ਰੂਰਤ ਹੀ ਨਹੀਂ ਹੈਗੀ ਬਿਲਕੁਲ ਹਾਂਜੀ ਸੋ ਉੱਥੇ ਤੱਕ ਆਪਣੇ ਦੰਦ ਦੀ ਕੋਸ਼ਿਸ਼ ਕਰੋ ਰੱਖਣ ਨੂੰ ਆਪਣੇ ਮਾਊਥ ਵਿੱਚ ਅੱਜ ਕੱਲ੍ਹ ਤੁਸੀਂ ਬਹੁਤ ਪੇਸ਼ੈਂਟ ਦੇਖਦੇ ਹੋ ਕੀ ਹੈਗਾ ਟ੍ਰੈਂਡ ਲੋਕਾਂ ਦੀ ਮੇਨਟੇਨ ਕੀਤੇ ਦੰਦ ਲੋਕਾਂ ਦੇ ਐਬਸੋਲੂਟਲੀ ਕਾਫੀ 올ਡ ਏਜ ਹੈਗੇ ਨੇ ਹਾਂਜੀ ਬਹੁਤ ਟੂਥਪੇਸਟ ਬੈਟਰ ਹੋ ਰਹੀਆਂ ਐਜੂਕੇਸ਼ਨ ਬੈਟਰ ਹੋ ਰਹੀ ਹੈ ਅਵੇਅਰਨੈਸ ਬੈਟਰ ਹੋ ਰਹੀ ਹੈ ਅੰਡਰਸਟੈਂਡਿੰਗ ਬੈਟਰ ਹੋ ਰਹੀ ਹੈ ਹਾਂਜੀ ਇਹ ਸਾਰੀਆਂ ਚੀਜ਼ਾਂ ਤੋਂ ਬੰਦੇ ਆਰ ਇੰਪਰੂਵਿੰਗ ਜਿਸ ਤਰ੍ਹਾਂ ਹੁਣ ਬੱਚੇ ਸਾਡੇ ਆਉਂਦੇ ਨੇ ਜਿਹੜੇ ਚਿਲਡਰਨ ਹੁਣ ਆਉਂਦੇ ਆ ਮੋਸਟ ਚਿਲਡਰਨ ਹੈਵ ਵੈਰੀ ਫਿਊ ਫੀਲਿੰਗਸ ਬਿਲਕੁਲ ਹਾਂਜੀ ਜਿਹੜੇ ਸੰਭਾਲਦੇ ਆ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਮੇਰਾ ਵਿਸ਼ ਦਿਲ ਕਰੇ ਤਾਂ ਮੈਂ ਇੱਕ ਘੰਟਾ ਹੋਰ ਗੱਲ ਕਰ ਸਕਦਾ ਲੇਕਿਨ ਟਾਈਮ ਇੱਕ ਅੱਧਾ ਦੀ ਚੀਜ਼ ਹੈ ਵੀ ਹੈਵ ਟੂ ਫੋਲੋ ਦੈਟ 100% ਤੇ ਕੋਸ਼ਿਸ਼ ਕਰਾਂਗੇ ਜੋ ਥੋੜਾ ਡਾਕਟਰ ਸਾਹਿਬ ਬਹੁਤ ਇੰਟਰਸਟਿੰਗ ਸੀਗਾ ਰੀਅਲੀ ਨਾਈਸ ਡਾਕਟਰ ਸਾਹਿਬ ਨੇ ਬੜਾ ਸੌਫਟਲੀ ਦੱਸਿਆ ਇਟਸ ਕੁਆਇਟ ਕੰਪਲਿਕੇਟਿਡ ਬੜਾ ਹਾਰਡ ਇਹਦੇ 'ਚ ਕੁਝ ਕਰਨਾ ਪੈਂਦਾ ਤੇ ਕੋਸ਼ਿਸ਼ ਕਰਾਂਗੇ ਡਾਕਟਰ ਨੂੰ ਬੜੀ ਛੇਤੀ ਹੋ ਲੈ ਕੇ ਆਵਾਂਗੇ ਦੇਖੋ ਹਮੇਸ਼ਾ ਮੈਂ ਇਨਫੋਰਮੇਟਿਵ ਸ਼ੋਅ ਕਰਦਾ ਐਜੂਕੇਸ਼ਨਲ ਸ਼ੋਅ ਹੁੰਦੇ ਨੇ ਪ੍ਰੋਫੈਸ਼ਨਲ ਮੇਰੇ ਸ਼ੋਅ ਤੇ ਲੈ ਕੇ ਆਉਂਦਾ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਕਮਿੰਗ ਮੈਂ ਉਮੀਦ ਰੱਖਦਾ ਕਿ ਤੁਸੀਂ ਤੁਹਾਡਾ ਵੀ ਮੈਨੂੰ ਬੁਲਾਉਣ ਵਾਸਤੇ ਪ੍ਰੋਮਿਸ ਕਰਕੇ ਜਾਓ ਕਿ ਤੁਸੀਂ ਫਿਰ ਵਾਪਸ ਆਓਗੇ ਆਫ ਕੋਰਸ ਥੈਂਕ ਯੂ ਜੀ ਜੇ ਕੁਝ ਹੈ ਭਾਜੀ ਜੋ ਕੁਝ ਮੈਂ ਕੁਝ ਗਲਤ ਕਹਿ ਬੈਠਾ ਕੋਈ ਨਹੀਂ ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ ਤੇ ਫਿਰ ਆਪ ਤੇ ਮਿਲਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ